वाहिगुरू जी की फतेह। पिछले कुछ हफ्तियां तो हर सोमवार की क्लास से नाम सिमरन के सब्जेक्ट के उत्ते सरदार हरजीत सिंह जी संपादक सिख फुलवाड़ी वालों जो विचार आप जी नाल साझी की जा रही है उस लड़ी के विच अज उस तो अगला लेक्चर वीर जी पेश करेंगे जी। तो आप सारिਆਂ ਨੂੰ ਬੇਨਤੀ है कि शब्द इस विषय के नाल ध्यान ਦੇ ਨਾਲ ਉਹਨਾਂ ਦਾ ਲੈਕਚਰ ਸੁਣੋ ਤੇ ਲਾਹਾ ਪ੍ਰਾਪਤ ਕਰੋ ਜੀ। ਵੀਰ ਜੀ ਨੂੰ ਬੇਨਤੀ ਹੈ ਕਿ ਆਪਣਾ ਸਬਜੈਕਟ ਸ਼ੁਰੂ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਬਖਸ਼ਿਸ਼ ਨਾਲ ਇਸ ਕਲਾਸ ਵਿੱਚ ਲਗਾਤਾਰ ਪਿਛਲੇ ਕਾਫੀ ਹਫ਼ਤਿਆਂ ਤੋਂ ਅਸੀਂ ਨਾਮ ਕੀ ਹੈ, ਸਿਮਰਨ ਕੀ ਹੈ, ਸਿਮਰਨ ਕਿਵੇਂ ਕਰੀਏ, ਸਿਮਰਨ ਦੀਆਂ ਕੀ ਲੋੜਾਂ ਹਨ, ਨਾਮ ਦਾ ਰਸ ਕੀ ਹੈ, ਨਾਮ ਜਪਣ ਦਾ ਢੰਗ ਕੀ ਹੈ, ਲਗਾਤਾਰ ਇਹ ਵਿਚਾਰਾਂ ਕਰਦੇ ਆ ਰਹੇ ਹਾਂ। ਅਸੀਂ ਇਹ ਗੱਲ ਸਮਝ ਲਈ ਕਿ ਮਨੁੱਖ ਪਰਮ ਪਿਤਾ ਪਰਮੇਸ਼ਰ ਦੀ ਅੰਸ਼ ਹੈ ਔਰ ਇਸ ਦਾ ਜੀਵਨ ਦਾ ਮਕਸਦ ਆਪਣੇ ਮੂਲ ਪਰਮੇਸ਼ਰ ਨੂੰ ਮਿਲਣਾ ਹੈ। ਜੀਵਨ ਦਾ ਇੱਕੋ ਇੱਕ ਲਕਸ਼ ਹੈ, ਉਹ ਹੈ ਪਰਮੇਸ਼ਰ ਦੀ ਪ੍ਰਾਪਤੀ। ਉਹ ਕਿਵੇਂ ਹੋਵੇ, ਉਹਦੇ ਸਾਧਨ ਹਨ ਨਾਮ, ਸਿਮਰਨ, ਯਾਦ, ਪਿਆਰ, ਜਿਹਦੇ ਨਾਲ ਅਸੀਂ ਉਸ ਪਰਮੇਸ਼ਰ ਨਾਲ ਮਿਲਾਪ ਕਰ ਸਕਦੇ ਹਾਂ। ਇਹ ਸਾਰੇ ਵਿਸ਼ੇ ਅੰਤਰਮੁਖੀ ਹਨ, ਅੰਦਰ ਦੀ ਬਾਤ ਹੈ। ਨਾਮ ਯਾਦ ਦਾ ਹਿੱਸਾ ਬਣ ਜਾਏ, ਸਾਡੇ ਅੰਦਰ ਵਾਹਿਗੁਰੂ ਦੀ ਯਾਦ ਪੱਕੀ ਹੋ ਜਾਏ, ਇਹ ਬਾਹਰ ਦਿਖਾਵੇ ਦੀਆਂ ਗੱਲਾਂ ਨਹੀਂ ਹਨ। ਦਿਖਾਵੇ ਮਾਤਰ ਦੁਨੀਆ ਤਾਂ ਪਹਿਲਾਂ ਹੀ ਬਹੁਤ ਕੁਝ ਕਰਦੀ ਸੀ, ਪਰ ਗੁਰੂ ਸਾਹਿਬ ਜੀ ਨੇ ਇਹਨੂੰ ਅੰਤਰਮੁਖੀ ਕੀਤਾ, ਬਾਹਰ ਮੁਖੀ ਹਟਾ ਕੇ। ਔਰ ਜੋ ਪੜ੍ਹਦੇ ਹਾਂ ਜਾਂ ਸੁਣਦੇ ਹਾਂ, ਜੋ ਵਿਚਾਰ ਕਰਦੇ ਹਾਂ, ਉਹਨੂੰ ਆਪਣੀ ਯਾਦ ਦੇ ਵਿੱਚ ਪੱਕਾ ਕਰਨ ਦੀ ਹਦਾਇਤ ਗੁਰੂ ਸਾਹਿਬ ਜੀ ਨੇ ਬਾਰ-ਬਾਰ ਕੀਤੀ। ਉਹਦੇ ਲਈ ਕੀ ਲੋੜਾਂ ਸਨ, ਇਹ ਸਾਰੀਆਂ ਵਿਚਾਰਾਂ ਅਸੀਂ ਕੀਤੀਆਂ। ਪਿਛਲੇ ਹਫ਼ਤੇ ਜੋ ਵਿਚਾਰ ਅਸੀਂ ਕੀਤੀ ਉਹਦੇ ਵਿੱਚ ਸੀ ਨੀਂਦ ਦਾ ਕਿੰਨਾ ਕੁ ਹੋਣੀ ਚਾਹੀਦੀ ਹੈ, ਸਾਡੇ ਅੰਦਰ ਡਿਸਿਪਲਿਨ ਵਿੱਚ ਕਿਵੇਂ ਰਹਿਣਾ ਹੈ, ਸਾਡਾ ਖਾਣਾ ਪੀਣ ਦਾ ਢੰਗ ਕਿਹੋ ਜਿਹਾ ਹੋਣਾ ਚਾਹੀਦਾ ਹੈ, ਗ੍ਰਸਤੀ ਦਾ ਸਿਮਰਨ ਕਿਹੋ ਜਿਹਾ ਹੈ। ਇਹ ਵਿਚਾਰਾਂ ਅਸੀਂ ਪਿੱਛੇ ਆਪ ਜੀ ਨਾਲ ਸਾਂਝੀਆਂ ਕੀਤੀਆਂ ਹਨ। ਦੂਜੇ ਲਫ਼ਜ਼ਾਂ 'ਚ ਅਸੀਂ ਇਹ ਗੱਲ ਕਹਿ ਲਈਏ, ਅਗਲੀ ਕਹਾਣੀ ਕੀ ਹੈ ਕਿ ਜੇ ਸਿਮਰਨ ਹੈ ਤੇ ਸਿਮਰਨ ਦਾ ਫਿਰ ਲਾਭ ਕੀ ਹੈ, ਫਾਇਦਾ ਕੀ ਹੈ। ਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਹਦੇ ਵਿੱਚ ਜੋ ਸਵਾਲ ਦਾ ਜਵਾਬ ਸਾਡੇ ਅੱਗੇ ਰੱਖਿਆ, ਸਿਮਰਨ ਕਿਉਂਕਿ ਪ੍ਰਭੂ ਦੀ ਬੰਦਗੀ ਸਿਫਤ ਸਲਾਹ ਹੈ, ਉਹਦੀ ਯਾਦ, ਉਸਦਾ ਪਿਆਰ, ਉਸਦੀ ਭਾਵਨੀ, ਉਸਦਾ ਭਾਵ, ਇਹ ਸਿਮਰਨ ਸਾਰਾ ਕੁਝ ਸਿਮਰਨ ਵਿੱਚ ਆਉਂਦਾ ਹੈ। ਜਿਵੇਂ ਜਿਵੇਂ ਅਸੀਂ ਉਹਦਾ ਸਿਮਰਨ ਕਰਦੇ ਹਾਂ, ਭਾਵ ਉਹਦੀ ਸਿਫਤ ਸਲਾਹ ਕਰਦੇ ਹਾਂ। ਸਿਫਤ ਸਲਾਹ ਸਿਮਰਨ ਦਾ ਮਤਲਬ ਪਹਿਲਾਂ ਵਿਚਾਰਾਂ ਕਰ ਚੁੱਕਿਆ, ਕੋਈ ਵਿਸ਼ੇਸ਼ ਸ਼ਬਦ ਦਾ ਰਟਨ ਨਹੀਂ, ਕਿਸੇ ਖਾਸ ਚੀਜ਼ ਦਾ ਰਟਨ ਨਹੀਂ, ਬਸ ਉਹਦੀ ਸਿਫਤ ਸਲਾਹ ਹੈ। ਉਹ ਵਾਹਿਗੁਰੂ ਕਹਿ ਕੇ ਕੀਤੀ ਜਾਵੇ। ਤਿੰਨ ਤਰ੍ਹਾਂ ਦੇ ਢੰਗ ਹਨ। ਇੱਕ ਹੈ ਗੁਰਮੰਤਰ ਵਾਹਿਗੁਰੂ ਦਾ ਜਾਪ ਕਰਨਾ, ਇੱਕ ਹੈ ਮੂਲ ਮੰਤਰ ਦਾ ਜਾਪ ਕਰਨਾ, ਤੀਸਰਾ ਹੈ ਗੁਰਬਾਣੀ ਰਾਹੀਂ ਉਸ ਦੀ ਯਾਦ ਵਿੱਚ ਜੁੜਨਾ। ਉਹ ਤਿੰਨੇ ਢੰਗ ਹੀ ਸਿਮਰਨ ਹਨ। ਚੌਥਾ ਕੀਰਤਨ ਰਾਹੀਂ, ਕੀਰਤਨ ਸੁਣ ਕੇ ਸਰਵਣ ਕਰਕੇ ਵੀ ਅਸੀਂ ਉਹਦੇ ਵਿੱਚ ਜੁੜ ਸਕਦੇ ਹਾਂ। ਇਹ ਜਿੰਨੇ ਢੰਗ ਹਨ ਸਾਰਿਆਂ ਦਾ ਮਕਸਦ ਇੱਕੋ ਹੀ ਹੈ ਔਰ ਇਹਨਾਂ ਸਾਰਿਆਂ ਦਾ ਨਾਮ ਸਿਮਰਨ ਹੈ। ਇਹਨਾਂ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਵੀ ਕੇਵਲ ਵਾਹਿਗੁਰੂ ਸਿਮਰਨ ਹੈ
ਕੇਵਲ ਕੀ ਗੁਰਬਾਣੀ ਦਾ ਪਾਠ ਸਿਮਰਨ ਹੈ, ਕੇਵਲ ਮੂਲ ਮੰਤਰ ਸਿਮਰਨ ਹੈ, ਨਹੀਂ। ਜਿਸ ਚੀਜ਼ ਨਾਲ, ਜਿਸ ਢੰਗ ਨਾਲ ਸਾਨੂੰ ਪਿਆਰਾ ਪ੍ਰੀਤਮ ਯਾਦ ਆਉਂਦਾ ਹੈ, ਉਹਦਾ ਨਾਮ ਸਿਮਰਨ ਹੈ। ਜਿਵੇਂ ਜਿਵੇਂ ਸਿਮਰਨ ਅਭਿਆਸੀ, ਨਾਮ ਅਭਿਆਸੀ, ਸਿਮਰਨ ਕਰਨ ਵਾਲਾ ਆਪਣੇ ਪ੍ਰੀਤਮ ਦੀ ਸਿਫਤ ਸਲਾਹ ਵਿੱਚ ਜੁੜਦਾ ਹੈ, ਉਹਦੇ ਗੁਣਾਂ ਨੂੰ ਗਾਇਨ ਕਰਦਾ ਹੈ, ਉਸ ਦੇ ਆਪਣੇ ਮਨ ਵਿੱਚ ਵੀ ਅਕਾਲ ਪੁਰਖ ਦੇ ਗੁਣਾਂ ਦਾ ਵਾਸਾ ਹੋਣਾ ਸ਼ੁਰੂ ਹੋ ਜਾਂਦਾ ਹੈ। ਬਸ ਇਹੋ ਹੀ ਚੀਜ਼ ਹੈ, ਸਿਮਰਨ ਦਾ ਮੁੱਖ ਭਾਵ ਇਹੋ ਹੀ ਹੈ ਕਿ ਜਿਹੜਾ ਅਸੀਂ ਸਿਮਰਨ ਕਰਦੇ ਹਾਂ, ਜਿਹਨੂੰ ਅਸੀਂ ਯਾਦ ਕਰਦੇ ਹਾਂ, ਉਹਦੇ ਗੁਣ ਸਾਡੇ ਅੰਦਰ ਆ ਜਾਣ, ਕਿਉਂਕਿ ਉਹ ਵੱਡਾ ਹੈ, ਅਸੀਂ ਛੋਟੇ ਹਾਂ। ਉਹ ਵਿਸ਼ਾਲ ਸਾਗਰ ਹੈ, ਅਸੀਂ ਛੋਟੀ ਜਿਹੀ ਬੂੰਦ ਹਾਂ। ਉਹ ਸਾਡਾ ਮੂਲ ਹੈ, ਅਸੀਂ ਉਹ ਤੋਂ ਜੁਦਾ ਹੋਈ ਇੱਕ ਅੰਸ਼ ਹਾਂ। ਇਸ ਵਾਸਤੇ ਸਾਡੇ ਮਨ ਵਿੱਚ ਜਿਵੇਂ ਜਿਵੇਂ ਅਸੀਂ ਉਹਦੀ ਯਾਦ ਵੀ ਜੁੜਨਾ ਹੈ, ਤਿਵੇਂ ਤਿਵੇਂ ਉਹਦੇ ਗੁਣਾਂ ਦਾ ਵਾਸਾ ਆਰੰਭ ਸਾਡੇ ਵਿੱਚ ਹੋਣਾ ਜ਼ਰੂਰੀ ਹੈ। ਦੂਜੇ ਲਫ਼ਜ਼ਾਂ 'ਚ ਕਹਿ ਲਈਏ ਵੀ ਜਦੋਂ ਗੁਣ ਵਾਹਿਗੁਰੂ ਦੇ ਗੁਣਾਂ ਨਾਲ ਸਾਂਝ ਪੈ ਜਾਏਗੀ, ਸਾਡਾ ਸੁਭਾਅ ਵੀ ਉਹਦੇ ਵਰਗਾ ਹੀ ਬਣ ਜਾਏਗਾ। ਨਿਰਭਉ ਹੈ, ਅਸੀਂ ਨਿਰਭਉ ਬਣਨਾ ਹੈ। ਉਹ ਨਿਰਵੈਰ ਹੈ, ਅਸੀਂ ਨਿਰਵੈਰ ਬਣਨਾ ਹੈ। ਉਹ ਮਿੱਠ ਬੋਲਣਾ ਹੈ, ਅਸੀਂ ਮਿੱਠ ਬੋਲੜੇ ਬਣਨਾ ਹੈ। ਉਹ ਦਿਆਲੂ ਹੈ, ਅਸੀਂ ਸੁਭਾਅ ਵਿੱਚ ਦਿਆਲਤਾ ਲਿਆਉਣੀ ਹੈ। ਕਿਉਂਕਿ ਕਠੋਰ ਹਿਰਦੇ ਵਾਲਾ, ਕਠੋਰ ਚਿੱਤ ਗੁਰੂ ਦੇ ਨੇੜੇ ਬੈਠ ਨਹੀਂ ਸਕਦਾ, ਕਿਉਂਕਿ ਗੁਰੂ ਕੋਲ ਸੱਚ ਹੈ। ਕਠੋਰ ਹਿਰਦੇ ਵਾਲਾ ਸੱਚ ਨਾਲ ਭਿੱਜਦਾ ਨਹੀਂ ਹੈ। ਉਹ ਤਾਂ ਪੱਥਰ ਹੈ, ਪੱਥਰਾਂ ਤੇ ਜਿੰਨਾ ਮਰਜ਼ੀ ਪਾਣੀ ਪਾਈ ਜਾਓ, ਉਹ ਅੰਦਰੋਂ ਸੁੱਕੇ ਦੇ ਸੁੱਕੇ ਹੀ ਰਹਿ ਜਾਂਦੇ ਹਨ। ਕਠੋਰ ਹਿਰਦੇ ਵਰਗੇ ਉੱਚੇ ਟਿੱਬਿਆਂ ਵਰਗੇ ਹਨ। ਮੀਂਹ ਲਗਾਤਾਰ ਵੀ ਪੈਂਦਾ ਰਹੇ, ਉਹਨਾਂ ਟਿੱਬਿਆਂ ਦੇ ਉੱਤੇ ਉਸ ਮੀਂਹ ਦੇ ਪਾਣੀ ਦਾ ਅਸਰ ਨਹੀਂ ਹੁੰਦਾ, ਥੱਲਿਓਂ ਵਿੱਚੋਂ ਸੁੱਕੇ ਹੀ ਨਿਕਲਦੇ ਹਨ। ਰੇਤ ਦੇ ਵੱਡੇ ਸਾਰੇ ਢੇਰ, ਉਤਲੀ ਸਤ੍ਹਾ ਮਾੜੀ ਜਿਹੀ ਗਿੱਲੀ ਹੁੰਦੀ ਹੈ, ਬਾਕੀ ਸਾਰੀ ਉਸ ਟਿੱਬੇ ਵਾਂਗੂ ਅੰਦਰੋਂ ਸੁੱਕੀ ਦੀ ਸੁੱਕੀ ਰਹਿ ਜਾਂਦੀ ਹੈ। ਉਹ ਮਾਨ ਤੇ ਅਭਿਮਾਨ ਉਹਨਾਂ ਦੇ ਅੰਦਰ ਉਸੇ ਤਰ੍ਹਾਂ ਬਣਿਆ ਰਹਿੰਦਾ ਹੈ। ਗੁਰੂ ਸਾਹਿਬ ਗੁਰੂ ਰਾਮਦਾਸ ਮਹਾਰਾਜ ਨੇ ਇੱਕ ਬਚਨ ਲਿਖਿਆ, ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੀਲ ਕੇ ਲਾਲੀ। ਸਪਸ਼ਟ ਹੋ ਗਿਆ ਕਿ ਵਾਹਿਗੁਰੂ ਦੀ ਬੰਦਗੀ ਕਰਨ ਵਾਲਾ ਵਾਹਿਗੁਰੂ ਵਰਗਾ ਹੀ ਬਣਦਾ ਹੈ। ਸ਼ਕਲ ਤਾਂ ਵਾਹਿਗੁਰੂ ਦੀ ਕੋਈ ਨਹੀਂ, ਬਸ ਉਹਦੇ ਗੁਣ ਉਹਦੇ ਅੰਦਰ ਆ ਜਾਂਦੇ ਹਨ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਇੱਕ ਆਸਾ ਰਾਗ 'ਚ ਬਚਨ ਕਰਦੇ ਹਨ, ਜੈਸਿਉ ਰਾਤਾ ਤੈਸੋ ਹੋਵੇ, ਵੀ ਜਿਹਦੇ ਨਾਲ ਉਹ ਰੰਗਿਆ ਹੋਇਆ ਹੈ ਉਹਦੇ ਵਰਗਾ ਹੀ ਹੋ ਜਾਏ, ਉਹਦੇ ਵਰਗਾ ਬਣ ਗਿਆ। ਤੇ ਜਿਹੜਾ ਵਾਹਿਗੁਰੂ ਦੀ ਬੰਦਗੀ ਕਰਦਾ, ਉਹ ਭਰੋਸਾ ਵੀ ਦਿੰਦੇ ਨੇ ਗੁਰੂ ਰਾਮਦਾਸ ਪਾਤਸ਼ਾਹ ਜੀ, ਕਹਿੰਦੇ ਨਾਨਕ ਹਰ ਜਨ ਹਰ ਇੱਕੈ ਹੋਏ, ਹਰ ਜਪ ਹਰ ਛੇਤੀ ਰਲਿਆ। ਕਿਆ ਕਮਾਲ ਦੇ ਬੋਲ ਹਨ ਗੁਰੂ ਪਾਤਸ਼ਾਹ ਜੀ ਦੇ। ਨਾਨਕ ਹਰ ਜਨ ਹਰ ਇੱਕੈ ਹੋਏ, ਹਰ ਜਪ ਹਰ ਛੇਤੀ ਰਲਿਆ। ਹੁਣ ਫਰਕ ਕੋਈ ਨਹੀਂ, ਹਰੀ ਦਾ ਤੇ ਹਰੀ ਦੇ ਦਾਸ ਦਾ, ਉਹਦੇ ਸੇਵਕ ਦਾ ਇੱਕੋ ਹੀ ਹੋ ਗਏ। ਹਰੀ ਦੀ ਬੰਦਗੀ ਕੀਤੀ, ਜਪਿਆ, ਬਸ ਹਰੀ ਵਿੱਚ ਹੀ ਸਮਾ ਗਿਆ। ਜਿਵੇਂ ਪਾਣੀ ਦੀ ਬੂੰਦ ਸਾਗਰ ਵਿੱਚ ਬਹਿ ਕੇ ਸਾਗਰ ਬਣ ਗਈ, ਇਉਂ ਹੀ ਇਹ ਨਾਮ ਦੇ ਰਾਹੀਂ ਪਰਮੇਸ਼ਰ ਦਾ ਰੂਪ ਹੋ ਗਿਆ। ਅਸਲ 'ਚ ਹੈ ਤਾਂ ਪਹਿਲੇ ਹੀ ਪਰਮੇਸ਼ਰ ਦੇ ਅੰਸ਼, ਪਰ ਜਦੋਂ ਇਹ ਅੰਸ਼ ਵੱਖਰੀ ਸੀ, ਉਦੋਂ ਵੱਖਰੀ ਆਪਣੀ ਹੋਂ ਕਰਕੇ ਵੱਖਰੀ ਸੀ। ਹੁਣ ਉਹਦੇ ਵਿੱਚ ਸਮਾ ਗਈ, ਗੁਣ ਧਾਰਨ ਕਰਕੇ ਉਹਦੇ ਵਰਗੀ ਬਣ ਗਈ। ਗੁਰੂ ਅਰਜਨ ਦੇਵ ਮਹਾਰਾਜ ਨੂੰ ਸਵਾਲ ਕੀਤਾ, ਪਾਤਸ਼ਾਹ ਤੁਸੀਂ ਦੱਸੋਗੇ ਤੇਰੀ ਬੰਦਗੀ ਕਰਨ ਵਾਲੇ ਕਿਹੋ ਜਿਹੇ ਹੁੰਦੇ ਹਨ? ਤੇ ਸਤਿਗੁਰੂ ਅੱਗੋਂ ਕਹਿੰਦੇ, ਕਿਉਂ ਸਮਝਦੇ ਹੋ ਫਰਕ, ਕਿਉਂ ਭੁਲੇਖੇ 'ਚ ਪੈਂਦੇ ਹੋ? ਇਹ ਸਮਝੋ ਵੀ ਉਹ ਸਾਈਂ ਵਰਗੇ ਹਨ। ਇਹਨਾਂ 'ਚ ਸਾਈਂ ਤੇ ਉਹਦੇ 'ਚ ਫਰਕ ਨਾ ਸਮਝੋ। ਜਿਨ੍ਹਾਂ ਨਾ ਵਿਸਰੇ ਨਾਮ ਸੇ ਕਨੇਹਿਆ, ਕਿਹੋ ਜਿਹੇ ਹਨ ਜਿਹਨਾਂ ਨੂੰ ਨਾਮ ਨਹੀਂ ਵਿਸਰਦਾ। ਤੇ ਅੱਗੋਂ ਗੁਰੂ ਪਾਤਸ਼ਾਹ ਕਹਿੰਦੇ, ਭੇਦ ਨਾ ਜਾਣੋ ਮੂਲ ਸਾਈਂ ਜਿਹਾ। ਵਿੱਚ ਰਤੀ ਭਰ ਵੀ ਫਰਕ ਨਾ ਸਮਝਿਆ ਜੇ, ਉਹ ਤੇ ਸਾਈਂ ਵਰਗੇ ਹੀ ਹਨ, ਸਾਈਂ ਜਿਹੀ ਹਨ। ਸਾਈਂ ਤੇ ਉਹਨਾਂ 'ਚ ਰਤੀ ਭਰ ਵੀ ਫਰਕ ਨਹੀਂ ਹੈ। ਸੋ ਇਹ ਗੱਲ ਆਪਾਂ ਸਮਝ ਲਈਏ ਕਿ ਵਾਹਿਗੁਰੂ ਦੇ ਸਿਮਰਨ ਨਾਲ, ਵਾਹਿਗੁਰੂ ਦੀ ਯਾਦ ਵਿੱਚ ਜੁੜਨ ਨਾਲ ਮਨੁੱਖ ਦੀ ਇੱਕ ਨਵੀਂ ਘਾੜਤ ਘੜੀ ਜਾਂਦੀ ਹੈ। ਉਸਦਾ ਆਚਰਨ ਉੱਚਾ ਹੁੰਦਾ ਹੈ, ਭਾਵ ਉਸਦੇ ਜੀਵਨ ਦੀ ਨਵੀਂ ਉਸਾਰੀ ਹੁੰਦੀ ਹੈ। ਉਹਦੇ ਵਿੱਚ ਨਵੇਂ ਗੁਣ ਆਉਂਦੇ ਹਨ। ਅਨੇਕਾਂ ਪ੍ਰਭੂ ਦੀਆਂ ਬਖਸ਼ਾਂ ਦਾ ਪਾਤਰ ਬਣਦਾ ਤੁਰਿਆ ਜਾਂਦਾ ਹੈ, ਜਿਹੜੀਆਂ ਗਿਣੀਆਂ ਵੀ ਨਹੀਂ ਜਾ ਸਕਦੀਆਂ, ਜਿਨ੍ਹਾਂ ਦਾ ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ। ਇਹ ਬਖਸ਼ਾਂ ਨਾਮ ਦੀਆਂ ਬਰਕਤਾਂ ਕਿਹੜੀਆਂ ਕਿਹੜੀਆਂ ਹਨ,
ਕੁਝ ਕੁ ਆਪਾਂ ਵਿਚਾਰਨ ਦਾ ਯਤਨ ਕਰਾਂਗੇ। ਵੈਸੇ ਤਾਂ ਜਿਵੇਂ ਉਸ ਪਰਮੇਸ਼ਰ ਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹਦੇ ਵਾਹਿਗੁਰੂ ਦੀ ਯਾਦ ਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ। ਕਿੰਨੀਆਂ ਬਖਸ਼ਾਂ ਪ੍ਰਾਪਤ ਹੁੰਦੀਆਂ ਨੇ, ਕਿੰਨਾ ਕੁਝ ਮਿਲਦਾ ਹੈ, ਇਹ ਗੱਲਾਂ ਅਸੀਂ ਅੰਤ ਤੱਕ ਨਹੀਂ ਜਾ ਸਕਦੇ। ਕੇਵਲ ਵਿਚਾਰ ਤੱਕ, ਕੇਵਲ ਜ਼ਿੰਦਗੀ 'ਚ ਅਮਲ ਤੱਕ ਲਿਆਉਣ ਤੱਕ, ਕੇਵਲ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ ਤੱਕ ਸਾਡਾ ਬਸ ਸੁਭਾਅ ਇਹੋ ਜਿਹਾ ਹੋਣਾ ਚਾਹੀਦਾ ਹੈ। ਇਹ ਨਹੀਂ ਕਿ ਅਸੀਂ ਉਹਦੀਆਂ ਬਖਸ਼ਾਂ ਦੇ ਅੰਤ ਵਾਲੇ ਪਾਸੇ ਚੱਲ ਜਾਈਏ। ਅੰਤ ਪੈ ਹੀ ਨਹੀਂ ਸਕਦਾ। ਉਹ ਤਾਂ ਤੇਰੇ ਜਨਮ ਤੋਂ ਪਹਿਲਾਂ ਹੀ ਜਿੰਨੀਆਂ ਕਿ ਬਖਸ਼ਾਂ ਉਸਨੇ ਕਰ ਦਿੱਤੀਆਂ, ਕਦੀ ਉਹਦਾ ਹੀ ਅੰਤ ਨਹੀਂ ਪੈ ਸਕਦਾ। ਜਿੰਨੀਆਂ ਕਿ ਦਾਤਾਂ ਉਸਨੇ ਦੇ ਦਿੱਤੀਆਂ, ਉਹਦਾ ਹੀ ਅੰਤ ਨਹੀਂ ਪਾਇਆ ਜਾ ਸਕਦਾ। ਅਸੀਂ ਕੁਝ ਕੁ ਬਖਸ਼ਾਂ ਹਨ ਵਜੋਂ ਸਿਆਣਿਆਂ ਨੇ, ਜੋ ਵਿਦਵਾਨਾਂ ਨੇ ਬਿਆਨ ਕੀਤੀਆਂ ਹਨ, ਜਾਂ ਜਿਨ੍ਹਾਂ ਨੇ ਸਿਮਰਨ ਅਭਿਆਸੀ, ਨਾਮ ਅਭਿਆਸੀ, ਬੰਦਗੀ ਸ਼ਬਦ ਬਾਣੀ ਨੂੰ ਵਿਚਾਰਨ ਵਾਲੇ, ਬਾਣੀ ਵਿੱਚ ਜੁੜਨ ਵਾਲੇ, ਉਹਨਾਂ ਨੇ ਜੋ ਆਪਣੀ ਜ਼ਿੰਦਗੀ 'ਚ ਮਾਣਿਆ ਤਾਂ ਜ਼ਿੰਦਗੀ ਦਾ ਆਨੰਦ ਲਿਆ, ਤੇ ਉਹਦੇ ਵਿੱਚੋਂ ਕੁਝ ਕੁ ਚੀਜ਼ਾਂ ਅਸੀਂ ਵਿਚਾਰਾਂਗੇ। ਸਭ ਤੋਂ ਪਹਿਲੀ ਬਾਤ, ਵਾਹਿਗੁਰੂ ਦੀ ਯਾਦ ਨਾਲ ਜਾਂ ਨਾਮ ਸਿਮਰਨ ਕਰਨ ਨਾਲ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਅਤੇ ਰੋਗਾਂ ਤੋਂ ਮੁਕਤੀ ਪ੍ਰਾਪਤ ਹੋ ਜਾਂਦੀ ਹੈ। ਰੋਗ ਦੁੱਖ ਹੈ, ਰੋਗ ਦੁੱਖ ਦਾ ਨਾਮ ਹੈ। ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਤੇ ਰੋਗਾਂ ਤੋਂ ਸਾਡੀ ਮੁਕਤੀ ਹੋ ਜਾਂਦੀ ਹੈ। ਦੇਖੋ, ਦੁਨੀਆ ਦਾ ਹਰ ਬੰਦਾ ਸੁੱਖ ਚਾਹੁੰਦਾ ਹੈ। ਕੋਈ ਮਨੁੱਖ ਦੁਨੀਆ ਦਾ ਐਸਾ ਨਹੀਂ ਜਿਹੜਾ ਦੁੱਖ ਲੋੜਦਾ ਹੋਵੇ। ਮੈਂ ਵੀ ਸੁੱਖ ਚਾਹੁੰਦਾ ਹਾਂ, ਤੁਸੀਂ ਵੀ ਸੁੱਖ ਚਾਹੁੰਦੇ ਹੋ। ਜਿਸ ਨਾਲ ਵੀ ਗੱਲ ਕਰਕੇ ਦੇਖੋ, ਉਹ ਤੁਹਾਨੂੰ ਸੁੱਖਾਂ ਦੀ ਗੱਲ ਤਾਂ ਸੁਣਨ ਨੂੰ ਤਿਆਰ ਹੈ, ਦੁੱਖਾਂ ਦੀ ਕਹਾਣੀ ਕੋਈ ਵੀ ਨਹੀਂ ਸੁਣਦਾ। ਤੁਸੀਂ ਕਿਸੇ ਦਾ ਦੁੱਖ ਸਾਂਝਾ ਕਰਕੇ ਵੇਖ ਲਈਏ, ਅਗਲਾ 4 ਦੁੱਖ ਆਪਣੇ ਕੱਢ ਕੇ ਸਾਡੇ ਸਾਹਮਣੇ ਰੱਖ ਦਿੰਦਾ ਹੈ। ਜ਼ਿੰਦਗੀ ਵਿੱਚ ਹਰ ਮਨੁੱਖ ਸੁੱਖ ਚਾਹੁੰਦਾ ਹੈ। ਦੂਸਰੀ ਗੱਲ ਸਮਝਣ ਦੀ, ਸੁੱਖ ਤੇ ਦੁੱਖ ਜ਼ਿੰਦਗੀ ਦਾ ਹਿੱਸਾ ਹਨ, ਇਹ ਆਉਣੇ ਹੀ ਹਨ। ਹੁਣ ਇਹ ਛੁਟਕਾਰਾ ਕਿਵੇਂ ਹੋ ਗਿਆ? ਅਸਲ ਵਿੱਚ ਜਿਵੇਂ ਜਿਵੇਂ ਬੰਦਾ ਬਾਣੀ ਨਾਲ ਜੁੜਦਾ ਹੈ, ਜਿਵੇਂ ਜਿਵੇਂ ਉਹਦੀ ਵਿਚਾਰ ਵੀ ਜੁੜਦਾ ਹੈ, ਜਿਵੇਂ ਜਿਵੇਂ ਉਹਦੇ ਗੁਣਾਂ ਨੂੰ ਧਾਰਨ ਕਰਦਾ ਹੈ, ਇਹਦੀ ਸੋਚਣੀ ਦਾ ਢੰਗ ਬਦਲ ਜਾਂਦਾ ਹੈ, ਸੋਚਣ ਦਾ ਤਰੀਕਾ ਬਦਲ ਜਾਂਦਾ ਹੈ। ਮਨ ਹਮੇਸ਼ਾ ਹੀ ਨੈਗੇਟਿਵ ਥਿੰਕਿੰਗ ਵਿੱਚੋਂ ਨਿਕਲ ਕੇ ਪੋਜ਼ਿਟਿਵ ਥਿੰਕਿੰਗ ਵਾਲੇ ਪਾਸੇ ਵੱਲ ਚਲਾ ਜਾਂਦਾ ਹੈ। ਡਿਪਰੈਸ਼ਨ ਨਹੀਂ, ਜ਼ਿੰਦਗੀ ਵਿੱਚ ਚਿੰਤਾ ਫਿਕਰ ਨਹੀਂ, ਝੂਰੇ ਨਹੀਂ, ਉਹ ਇਹਨਾਂ ਤੋਂ ਉੱਚਾ ਉੱਠ ਜਾਂਦਾ ਹੈ। ਜਿਨ੍ਹਾਂ ਸੰਸਾਰਿਕ ਵਸਤੂਆਂ ਦੀ ਪਹਿਲਾਂ ਸੁੱਖਾਂ ਦੀ ਭਾਲ ਮਨੁੱਖ ਕਰਦਾ ਸੀ, ਹੁਣ ਉਹ ਨਾਮ ਮਾਰਗ ਤੇ ਚੱਲਣ ਕਰਕੇ ਇਹਨੂੰ ਬੜੀਆਂ ਛੋਟੀਆਂ ਜਿਹੀਆਂ ਚੀਜ਼ਾਂ ਲੱਗਣ ਜਾ ਲੱਗ ਪੈਂਦੀਆਂ ਹਨ। ਪਹਿਲਾਂ ਹਮੇਸ਼ਾ ਖਾਸ਼ ਹੁੰਦੀ ਸੀ ਚੀਜ਼ਾਂ ਦੀ ਪ੍ਰਾਪਤੀ ਦੀ, ਪਰ ਜਿਵੇਂ ਜਿਵੇਂ ਨਾਮ ਮਾਰਗ ਤੇ ਮਨੁੱਖ ਤੁਰਦਾ ਹੈ, ਤਿਵੇਂ ਤਿਵੇਂ ਇਹਨੂੰ ਤੁੱਛ ਜਿਹੀਆਂ ਲੱਗਦੀਆਂ ਹਨ। ਉਹਨੂੰ ਸਮਝ ਆ ਜਾਂਦੀ ਹੈ ਸੰਸਾਰਿਕ ਸੁੱਖ, ਐਸ਼ ਪ੍ਰਤੀ, ਸੰਸਾਰ ਦੇ ਸੁੱਖਾਂ ਦੇ ਸਾਧਨ ਅਸਲ ਵਿੱਚ ਹੀ ਸਾਡੇ ਦੁੱਖਾਂ ਦਾ ਕਾਰਨ ਬਣਦੇ ਹਨ। ਜਿਵੇਂ ਜਿਵੇਂ ਇਨਸਾਨ ਕਦੀ ਕਮਾਲ ਕਰ ਪਿਛਲਾ ਪਿਛੋਕੜ, ਆਪਣੇ ਪਿਛੋਕੜ ਨੂੰ ਵੇਖੀਏ, ਜਦੋਂ ਇਨਸਾਨ ਕੋਲ ਬਹੁਤੇ ਸਾਧਨ ਨਹੀਂ ਸਨ ਹੁੰਦੇ, ਸਾਧਨਾਂ ਦੀ ਬਹੁਤ ਕਮੀ ਸੀ। ਉਹਨਾਂ ਕੋਲ ਕੇਵਲ, ਸਾਡੇ ਬਜ਼ੁਰਗਾਂ ਨਾਲ ਵੀ ਗੱਲ ਕਰਕੇ ਦੇਖੋ, ਉਹਨਾਂ ਕੋਲ ਕੀ 2 ਕਮੀਜ਼ਾਂ, 2 ਕੁੜਤੇ ਪਜਾਮੇ, ਬਸ ਇੰਨੇ ਕੁ ਸਾਧਨ, ਕੱਪੜਿਆਂ ਦਾ ਕੋਈ ਅੰਬਾਰ ਨਹੀਂ ਸੀ ਹੁੰਦਾ, ਪਰ ਉਹਦੇ 'ਚ ਬੜੇ ਖੁਸ਼ ਸਨ। ਸਾਧਨ ਥੋੜੇ ਸਨ, ਖੁਸ਼ੀ ਜ਼ਿਆਦਾ ਸੀ। ਪਰ ਜਿਵੇਂ ਜਿਵੇਂ ਸਾਧਨਾਂ ਦਾ ਵਾਧਾ ਹੁੰਦਾ ਗਿਆ, ਮੌਜੂਦਾ ਸਮੇਂ ਅੰਦਰ ਹਰ ਸਾਧਨ ਸਾਡੇ ਪਾਸ ਹੈ, ਹਰ ਚੀਜ਼ ਸਾਡੇ ਕੋਲ ਹੈ, ਪਰ ਸਾਡੇ ਅੰਦਰ ਉਹ ਖੁਸ਼ੀ ਵੀ ਨਹੀਂ ਹੈ, ਉਹ ਪ੍ਰੇਮ ਨਹੀਂ ਹੈ। ਪਰਿਵਾਰਾਂ ਦੀਆਂ ਤੇੜਾਂ ਹਨ, ਪਰਿਵਾਰ ਟੁੱਟ ਰਹੇ ਹਨ, ਆਪੋ ਵਿੱਚ ਡਿਵੋਰਸ ਹੋ ਰਹੇ ਹਨ। ਕਾਰਨ ਕੀ ਹੈ? ਕੀ ਕਾਰਨ ਹੈ? ਕਾਰਨ ਇੱਕੋ ਹੀ ਹੈ ਕਿ ਸਾਡਾ ਮੂਲ ਸੀ ਵਾਹਿਗੁਰੂ, ਵਾਹਿਗੁਰੂ ਦੀ ਯਾਦ। ਜ਼ਿਆਦਾ ਸਾਧਨਾਂ ਦੀ ਪ੍ਰਾਪਤੀ ਵਿੱਚ ਸਾਧਨਾਂ ਨਾਲ ਜੋੜ ਹੋ ਗਿਆ, ਲੇਕਿਨ ਮੂਲ ਪਰਮੇਸ਼ਰ ਨਾਲੋਂ ਜੋੜ ਟੁੱਟ ਗਿਆ, ਉਹਦੇ ਨਾਲੋਂ ਸਾਡੀ ਵਿੱਥ ਪੈ ਗਈ। ਪਰ ਜਿਵੇਂ ਜਿਵੇਂ ਮਨੁੱਖ ਵਾਹਿਗੁਰੂ ਦੇ ਨਾਮ ਵਿੱਚ ਜੁੜਦਾ ਹੈ, ਤਿਵੇਂ ਤਿਵੇਂ ਨੂੰ ਸਮਝ ਆਉਂਦੀ ਹੈ ਕਿ ਇਹ ਪਦਾਰਥ ਮੇਰੇ ਲਈ ਦੁਖਦਾਈ ਬਣਦੇ ਜਾਂਦੇ ਹਨ, ਇਹ ਪਦਾਰਥ ਸੁੱਖ ਦੇਣ ਦੀ ਬਜਾਏ ਮੈਨੂੰ ਦੁੱਖ ਦੇ ਰਹੇ ਹਨ। ਉਹਨੂੰ ਇਹ ਵੀ ਸਮਝ ਪਤਾ ਲੱਗ ਜਾਂਦਾ ਹੈ ਕਿ ਧਨ ਜਾਇਦਾਦ ਦੀ ਪ੍ਰਾਪਤੀ, ਦੂਜਿਆਂ ਦਾ ਹੱਕ ਮਾਰਨ ਦੀ ਰੁਚੀ, ਇਹ ਗੱਲ ਸਮਝ ਆ ਜਾਂਦੀ ਹੈ ਕਿ ਕਈਆਂ ਉੱਤੇ ਹੋਰ ਹੱਕ ਮਾਰ ਕੇ ਉਹਨਾਂ ਤੇ ਜ਼ੁਲਮ ਕਰਨ ਦਾ ਸੁਭਾਅ, ਉਹਨਾਂ ਦੇ ਉੱਤੇ ਅਤਿਆਚਾਰ ਕਰਨ ਦਾ ਸੁਭਾਅ, ਇਹ ਸਾਰੇ ਸੁਭਾਅ ਮਨੁੱਖ ਨੂੰ ਅਸਲ ਵਿੱਚ
ਆਪਣੇ ਅਚਰਨ ਤੋਂ ਡਿੱਗ ਦਿੰਦੇ ਹਨ। ਜਿਉਂ ਕਹ ਲਈਏ ਜਿਵੇਂ ਜਿਵੇਂ ਇਨਸਾਨ ਦੀਆਂ ਲੋੜਾਂ ਵੱਧਦੀਆਂ ਹਨ, ਆਪਣੀਆਂ ਲੋੜਾਂ 'ਚ ਵਾਧਾ ਕਰਦਾ ਹੈ, ਤਿਵੇਂ ਤਿਵੇਂ ਰਿਸ਼ਵਤਖੋਰੀ ਵੀ ਵੱਧਦੀ ਹੈ, ਤਿਵੇਂ ਤਿਵੇਂ ਸਮਾਜ ਵਿੱਚ ਹੇਰਾਫੇਰੀ ਵੀ ਵੱਧਦੀ ਹੈ, ਘੱਟ ਤੁਲਨਾ ਵੀ ਵੱਧਦਾ ਹੈ, ਵਪਾਰ ਦੀ ਠੱਗੀ ਵੀ ਵੱਧਦੀ ਹੈ, ਆਪਣੇ ਵਰਕਰਸ ਦਾ ਹੱਕ ਵੀ ਮਾਰਿਆ ਜਾਂਦਾ ਹੈ। ਇਹ ਕਹਿ ਲਓ ਹੱਕ ਕੀ ਡਾਕਾ ਮਾਰਿਆ ਜਾਂਦਾ ਹੈ। ਕਿਉਂ? ਕਿ ਉਹਨਾਂ ਇਹ ਪਹਿਲਾਂ ਇਹ ਭੁਲੇਖਾ ਸੀ ਕਿ ਇਹਨਾਂ ਪਦਾਰਥਾਂ ਦੇ ਵਿੱਚ ਹੀ ਸੁੱਖ ਹੈ, ਦੁਨੀਆ ਦੇ ਪਦਾਰਥਾਂ ਵੀ ਸੁੱਖ ਹੈ। ਦੂਜੇ ਸ਼ਬਦਾਂ 'ਚ ਕਹਿ ਲਈਏ ਕਿ ਮਨੁੱਖ ਇੱਕ ਨਿਰਦਈ ਜਿਹੇ ਸੁਭਾਅ ਦਾ ਬਣ ਜਾਂਦਾ ਹੈ, ਪਰਮੇਸ਼ਰ ਤੋਂ ਦੂਰ ਚਲਾ ਜਾਂਦਾ ਹੈ। ਪਰ ਨਾਮ ਦੇ ਬਰਕਤ ਨਾਲ, ਨਾਮ ਜਪਣ ਨਾਲ, ਸਿਮਰਨ ਨਾਲ ਮਨੁੱਖ ਫਿਰ ਆਪਣੀ ਮਿਹਨਤ ਦੀ ਕਮਾਈ ਵੱਲ ਮੁੜਦਾ ਹੈ, ਸਬਰ ਸੰਤੋਖ ਦਾ ਧਾਰਨੀ ਬਣ ਜਾਂਦਾ ਹੈ। ਉਹਨੂੰ ਸਮਝ ਆ ਜਾਂਦੀ ਹੈ ਹੱਕ ਪਰਾਇਆ ਨਾਨਕਾ, ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ, ਜਾਂ ਮੁਰਦਾਰ ਨਾ ਖਾਏ। ਇਹ ਗੱਲ ਸਮਝ ਆ ਜਾਂਦੀ ਹੈ। ਘੱਟ ਕਿਉਂ ਤੋਲੀਏ? ਇਖਲਾਕ ਵਿੱਚ ਕਾਮ ਪੈ ਜਾਂਦੀ ਹੈ। ਸ਼ੱਕਰ ਤੋਲਦੇ ਤੋਲਦੇ ਕੌੜਾ ਕਿਉਂ ਬੋਲੀਏ? ਸ਼ੱਕਰ ਤਾਂ ਮਿੱਠੀ ਹੁੰਦੀ ਹੈ, ਸ਼ੱਕਰ ਹਮੇਸ਼ਾ ਮਿੱਠੀ ਹੁੰਦੀ ਹੈ। ਸ਼ੱਕਰ ਤੋਲਦੇ ਘੱਟ ਕਿਉਂ ਬੋਲੀਏ? ਉਸ ਨੂੰ ਇਹ ਗੱਲ ਸਮਝ ਆ ਜਾਂਦੀ ਹੈ। ਜਿਵੇਂ ਜਿਵੇਂ ਇਨਸਾਨ ਇਹ ਗੱਲਾਂ ਨੂੰ ਸਮਝਦਾ ਹੈ, ਇਹ ਕਿੱਥੋਂ ਸਮਝ ਆਏਗੀ? ਜਿਵੇਂ ਜਿਵੇਂ ਪਰਮੇਸ਼ਰ ਦੇ ਨਾਲ ਜੁੜਦਾ ਹੈ, ਅੰਦਰ ਸੰਤੋਖ ਆਉਂਦਾ ਜਾਂਦਾ ਹੈ, ਅੰਦਰ ਗੁਣ ਆਉਂਦੇ ਜਾਂਦੇ ਹਨ। ਫਿਰ ਜੋ ਮਿਹਨਤ ਨਾਲ ਹਾਸਲ ਹੁੰਦਾ ਹੈ ਉਹਦੇ ਵਿੱਚ ਆਨੰਦ ਲੈਂਦਾ ਹੈ। ਜੋ ਖੁਸ਼ੀ ਉਹਨੂੰ ਮਿਹਨਤ ਦੀ ਕਮਾਈ ਵਿੱਚੋਂ ਮਿਲਦੀ ਹੈ ਉਹ ਦੂਜਿਆਂ 'ਚੋਂ ਨਹੀਂ ਮਿਲਦੀ। ਜਿਹੜੀ ਖੁਸ਼ੀ ਉਹਨੂੰ ਇਸ ਤੋਂ ਮਿਲਦੀ ਹੈ ਉਹ ਦੂਜਿਆਂ 'ਚੋਂ ਨਹੀਂ ਮਿਲਦੀ। ਗੁਰੂ ਸਾਹਿਬ ਮਲਕ ਭਾਗੋ ਕੋਲ ਗਏ, ਗੁਰੂ ਨਾਨਕ ਦੇਵ ਮਹਾਰਾਜ, ਇੱਕ ਪਾਸੇ ਲਾਲੋ ਦੀ ਕੋਧਰੇ ਦੀ ਰੋਟੀ ਹੈ, ਇੱਕ ਪਾਸੇ ਮਲਕ ਭਾਗੋ ਦੇ ਪਕਵਾਨ ਹਨ। ਲਾਲੋ ਦੀ ਕੋਧਰੇ ਦੀ ਰੋਟੀ, ਮਿਹਨਤ ਦੀ ਰੋਟੀ, ਸੁੱਕੀ ਰੋਟੀ ਗੁਰੂ ਨਾਨਕ ਪ੍ਰਵਾਨ ਕਰਦੇ ਨੇ, ਪਰ ਮਲਕ ਭਾਗੋ ਦੇ ਸਨੇਹੇ ਤੇ ਵੀ ਜਾਂਦੇ ਨਹੀਂ, ਪਹੁੰਚਦੇ ਨਹੀਂ। ਬਾਰ-ਬਾਰ ਸੁਨੇਹਾ ਆਉਣ ਤੇ ਜਦੋਂ ਗਏ ਤਾਂ ਗੁਰੂ ਪਾਤਸ਼ਾਹ ਜੀ ਨੇ ਬੜੇ ਕਮਾਲ ਦੀਆਂ ਗੱਲਾਂ ਕੀਤੀਆਂ। ਮਲਕ ਭਾਗੋ ਨੇ ਕਿਹਾ, ਤੁਸੀਂ ਸਾਡੇ ਬ੍ਰਹਮ ਭੋਜ ਵਿੱਚ ਸ਼ਾਮਿਲ ਕਿਉਂ ਨਹੀਂ ਸੀ ਹੋ ਰਹੇ? ਤਾਂ ਬਾਬੇ ਦਾ ਜਵਾਬ ਸੀ, ਤੇਰੇ ਕਮਾਈ ਵਿੱਚ ਗਰੀਬਾਂ ਦਾ ਖੂਨ ਹੈ, ਤੇਰੀ ਰੋਟੀ ਵਿੱਚ, ਬ੍ਰਹਮ ਭੋਜ ਵਿੱਚ ਗਰੀਬਾਂ ਦਾ ਖੂਨ ਹੈ। ਤੇ ਅੱਗੋਂ ਮਲਕ ਭਾਗੋ ਕਹਿਣ ਲੱਗਾ, ਤੁਸੀਂ ਰੋਟੀ ਖਾਧੀ ਨਹੀਂ, ਤੁਸੀਂ ਰੋਟੀ ਵੇਖੀ ਨਹੀਂ, ਫਿਰ ਤੁਹਾਨੂੰ ਇਹਦੇ ਵਿੱਚੋਂ ਖੂਨ ਨਜ਼ਰ ਕਿਵੇਂ ਆਇਆ? ਤੇ ਅੱਗੋਂ ਗੁਰੂ ਨਾਨਕ ਦਾ ਜਵਾਬ ਬੜਾ ਖੂਬਸੂਰਤ ਸੀ। ਕਹਿੰਦੇ, ਮਲਕ ਭਾਗੋ, ਕਿੱਕਰ ਦੇ ਬੀਜ ਨੂੰ ਕੰਡੇ ਨਹੀਂ ਹੁੰਦੇ, ਪਰ ਜਦੋਂ ਕਿੱਕਰ ਦਾ ਬੀਜ ਧਰਤੀ ਵਿੱਚ ਬੀਜ ਦਈਏ ਉੱਥੋਂ ਕਿੱਕਰ ਦਾ ਰੁੱਖ ਪੈਦਾ ਹੁੰਦਾ ਹੈ। ਤੇ ਕਿੱਕਰ ਦੇ ਰੁੱਖ ਨੂੰ ਹਮੇਸ਼ਾ ਲੰਬੀਆਂ ਸੂਲਾਂ ਹੀ ਲੱਗਦੀਆਂ ਹਨ। ਕਿੱਕਰ ਦੇ ਰੁੱਖ ਨੂੰ ਕਦੀ ਅੰਗੂਰ ਨਹੀਂ ਲੱਗਦੇ। ਕਿੱਕਰ ਬੀਜ ਕੇ ਕੋਈ ਅੰਗੂਰਾਂ ਦੀ ਭਾਲ ਕਰੇ, ਨਾ ਮੁਮਕਿਨ ਬਾਤ ਹੈ। ਲੋੜੇ ਦਾਖ ਬਿਜੂਰੀਆਂ, ਕਿੱਕਰ ਬੀਜੇ ਜੱਟ। ਬਾਬਾ ਫਰੀਦ ਜੀ ਦੇ ਸਲੋਕਾਂ ਵਿੱਚ ਵੀ ਇਹ ਆਉਂਦਾ ਹੈ ਵੀ ਅੰਗੂਰਾਂ ਦੀ ਭਾਲ ਕਰੇ ਤੇ ਬੀਜਾ ਹੋਇਆ ਕਿੱਕਰ ਕਹਿੰਦੇ ਬੇਵਕੂਫ ਹੈ, ਕਮਲਾ ਹੈ। ਬਸ ਇਹੋ ਹੀ ਹਾਲਤ ਜ਼ਿੰਦਗੀ ਦਾ। ਕਹਿਣ ਲੱਗੇ ਮਲਕ ਭਾਗੋ, ਕਿੱਕਰ ਦੇ ਬੀਜ ਨੂੰ ਕੰਡੇ ਨਹੀਂ ਹੁੰਦੇ, ਪਰ ਜਦੋਂ ਕਿੱਕਰ ਦਾ ਬੀਜ ਦਈਏ ਉਹਦੇ ਵਿੱਚ ਕਿੱਕਰ ਦਾ ਰੁੱਖ ਪੈਦਾ ਹੁੰਦਾ ਹੈ। ਤੇ ਕਿੱਕਰ ਦੇ ਰੁੱਖ ਨੂੰ ਕਦੀ ਅੰਗੂਰ ਨਹੀਂ ਲੱਗਦੇ, ਲੰਬੀਆਂ ਸੂਲਾਂ ਲੱਗਦੀਆਂ ਜੋ ਬੜੀਆਂ ਦੁਖਦਾਈ ਹੁੰਦੀਆਂ ਹਨ। ਤੇਰਾ ਭੋਜਨ ਦੇਖਣ ਨੂੰ ਬੜਾ ਖੂਬਸੂਰਤ ਲੱਗਦਾ ਹੈ, 36 ਪ੍ਰਕਾਰ ਦੇ ਪਦਾਰਥ ਬੜੇ ਚੰਗੇ ਲੱਗਦੇ ਹਨ, ਪਰ ਜਿਸ ਹਿਰਦੇ ਵਿੱਚ ਜਾਏਗਾ ਮਲਕ ਭਾਗੋ, ਜਿਸ ਹਿਰਦੇ ਵਿੱਚ ਤੇਰੇ ਇਸ ਭੋਜਨ ਦਾ ਬੀਜ ਬੀਜਿਆ ਜਾਏਗਾ, ਉੱਥੇ ਵਿਕਾਰਾਂ ਦੀਆਂ ਲੰਬੀਆਂ ਸੂਲਾਂ ਪੈਦਾ ਹੋਣਗੀਆਂ, ਜਿਹੜੀਆਂ ਕਰਤਾਰ ਨਾਲੋਂ ਤੋੜ ਦਿੰਦੀਆਂ ਹਨ, ਕਰਤੇ ਨਾਲੋਂ ਤੋੜ ਦਿੰਦੀਆਂ ਹਨ, ਜਿਹੜੀਆਂ ਚਿੱਤ ਨਹੀਂ ਜੁੜਨ ਦਿੰਦੀਆਂ। ਇਹ ਕੰਡੀਆਂ ਦੀਆਂ ਸੂਲਾਂ, ਇਹ ਸੁਰਕੰਡਿਆਲੀ ਸੂਲਾਂ ਬੜੀਆਂ ਹੀ ਦੁਖਦਾਈ ਹੁੰਦੀਆਂ ਹਨ। ਗੁਰੂ ਪਾਤਸ਼ਾਹ ਨੇ ਸਪਸ਼ਟ ਇਹ ਗੱਲ ਕਹੀ। ਪਰ ਜਦੋਂ ਜਿਵੇਂ ਜਿਵੇਂ ਬੰਦਾ ਉਸ ਨਾਮ ਵਿੱਚ ਜੁੜਦਾ, ਉਹਨੂੰ ਇਹ ਗੱਲ ਸਮਝ ਆ ਜਾਂਦੀ ਹੈ, ਮੈਂ ਕੰਡਿਆਂ ਦੇ ਬੀਜ ਨਹੀਂ ਬੀਜਣੇ, ਕਿੱਕਰ ਦੇ ਬੀਜ ਨਹੀਂ ਬੀਜਣੇ। ਜੇ ਅੰਗੂਰ ਖਾਣ ਦੀ ਖਾਸ਼ ਹੈ ਕਿ ਅੰਗੂਰ ਦਾ ਬੀਜ ਬੀਜਣਾ ਪੈਂਦਾ, ਵੇਲ ਲਾਣੀ ਪੈਂਦੀ ਹੈ। ਸਮਝ ਆਉਂਦੀ ਹੈ, ਉਹਨੂੰ ਸਮਝ ਆ ਜਾਂਦੀ ਹੈ ਮਿਹਨਤ ਨਾਲ ਜੋ ਕੁਝ ਹੁੰਦਾ ਹੈ, ਜੋ ਕੁਝ ਹਾਸਲ ਹੁੰਦਾ ਹੈ, ਉਸ ਤੋਂ ਵੱਡੀ ਕੋਈ ਚੀਜ਼ ਨਹੀਂ। ਉਹ ਤਾਂ ਗੱਲ ਸਮਝ ਲੈਂਦਾ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਮਿਹਨਤ ਕਰ, ਕਮਾ, ਪਰ ਇਕੱਲਾ ਆਪ ਨਾ ਖਾ। ਇਹਦੇ ਵਿੱਚੋਂ 10ਵਾਂ ਹਿੱਸਾ ਤੇਰੇ ਗੁਰੂ ਦਾ ਹੈ, 10ਵਾਂ ਹਿੱਸਾ ਗੁਰੂ ਨੂੰ ਦੇਣਾ। ਇਹ ਚੇਂਜ ਹੈ, ਪਰਿਵਰਤਨ ਹੈ ਇਨਸਾਨ ਦੀ ਜ਼ਿੰਦਗੀ ਵਿੱਚ। ਜਦੋਂ ਸਬਰ ਤੇ ਸੰਤੋਖ ਆ ਜਾਏ, ਯਾਦ ਰੱਖਣਾ, ਜਿਹੜਾ ਬੰਦਾ 90 ਰੁਪਏ ਨਾਲ ਨਹੀਂ ਰੱਜਦਾ, ਉਹ 100 ਨਾਲ ਵੀ ਨਹੀਂ ਰੱਜੇਗਾ। ਇਹ ਖਿਆਲ ਕਰੇ, ਹੈ
10ਵਾਂ ਹਿੱਸਾ ਕੱਢਦੇ ਆ, 10 ਰੁਪਏ ਵਿੱਚੋਂ ਕੱਢ ਕੇ ਵੱਖਰੇ ਕਰਦੇ ਆ। ਲੋੜਾਂ ਤਾਂ 100 ਰੁਪਏ ਵਿੱਚ ਵੀ ਨਹੀਂ ਮੁੱਕਦੀਆਂ, ਉਹ ਤਾਂ 100 ਕੀ ਹਜ਼ਾਰਾਂ ਵੀ ਇਕੱਠੇ ਕਰਕੇ ਵੀ ਨਹੀਂ ਮੁੱਕਦੀਆਂ। ਇਹ ਤਾਂ ਸਬਰ ਹੈ ਕਿ ਇਹ ਗੁਜ਼ਾਰਾ 90 ਰੁਪਏ ਵਿੱਚ ਵੀ ਹੋ ਸਕਦਾ ਹੈ, ਕਿਉਂਕਿ 10 ਰੁਪਏ ਤੋਂ ਗੁਰੂ ਦੇ ਦੇਣਦਾਰ ਹੈ। ਇਹ ਸਮਝ ਕਦੋਂ ਆਉਂਦੀ ਹੈ? ਜਦੋਂ ਵਾਹਿਗੁਰੂ ਦੀ ਯਾਦ ਵਿੱਚ ਜੁੜਦਾ ਹੈ, ਜਦੋਂ ਗੁਰੂ ਗੁਰੂ ਕਰਦਾ ਹੈ, ਜਦੋਂ ਬਾਣੀ ਨਾਲ ਜੁੜਦਾ ਹੈ, ਫਿਰ ਉਹਦੀ ਗੱਲ ਸਮਝ ਆ ਜਾਂਦੀ ਹੈ, ਫਿਰ ਉਹਨੂੰ ਵਿਸ਼ਵਾਸ ਹੋ ਜਾਂਦਾ ਹੈ। ਸੁਖ ਨਾਹੀਂ ਬਹੁਤੇ ਧਨ ਖਾਟੇ, ਸੁਖ ਨਾਹੀਂ ਪੇਖੇ ਨਿਰਤ ਨਾਟੇ, ਸੁਖ ਨਾਹੀਂ ਬਹੁ ਦੇਸ਼ ਕਮਾਏ, ਸਰਬ ਸੁਖਾਂ ਹਰ ਹਰ ਗੁਣ ਗਾਏ। ਇਹ ਗੱਲ ਸਮਝ ਆ ਜਾਂਦੀ ਹੈ। ਸੁਖ ਸਹਿਜ ਆਨੰਦ ਲਵੋ, ਸਾਧ ਸੰਗਤ ਪਾਈਆਂ ਬੜ ਭਾਗੀ, ਗੁਰਮੁਖ ਹਰ ਹਰ ਨਾਮ ਕਹੋ। ਬਸ ਇਹ ਅਸਲੀਅਤ ਹੈ, ਇਹ ਤੱਤ ਹੈ। ਗੁਰਬਾਣੀ ਤੋਂ ਪੜ੍ਹੇਗਾ, ਪਰ ਗੁਰਬਾਣੀ ਸਮਝ ਕੇ ਪੜ੍ਹੇਗਾ, ਫਿਰ ਸੁਖ ਸਹਿਜ ਆਨੰਦ ਲਵੋ ਦੀ ਗੱਲ ਕਰੇਗਾ। ਸਤ ਸੰਗਤ ਵਿੱਚ ਬੈਠ ਕੇ ਵੱਡੇ ਭਾਗਾਂ ਨਾਲ ਫਿਰ ਗੁਰੂ ਦੀ ਸ਼ਰਨ ਪੈ ਕੇ ਹਰ ਹਰ ਨਾਮ ਕਹੋ ਦੀ ਗੱਲ ਕਰੇਗਾ। ਫਿਰ ਇਹ ਗੱਲ ਨੂੰ ਸਮਝ ਆ ਜਾਂਦੀ ਹੈ, ਮਾਈ ਮੇਰੇ ਮਨ ਕੋ ਸੁਖ, ਕੋਟ ਆਨੰਦ ਰਾਜ ਸੁਖ ਭੁਗਵੈ, ਹਰ ਸਿਮਰਤ ਬਿਨਸੈ ਸਭ ਦੁੱਖ। ਹੁਣ ਕੋਈ ਦੁੱਖ ਨਹੀਂ, ਹੁਣ ਤਾਂ ਆਨੰਦ ਹੈ। ਉਹ ਆਨੰਦ ਜਿਹੜਾ ਰਾਜ ਭਾਗ ਚੋਂ ਵੀ ਨਹੀਂ ਮਿਲਦਾ, ਉਹ ਆਨੰਦ ਮਿਲ ਗਿਆ। ਗੁਰੂ ਪਾਤਸ਼ਾਹ ਕਹਿੰਦੇ ਨੇ, ਮੇਰੀ ਮਾਂ ਗੁਰੂ ਅਰਜਨ ਦੇਵ ਮਹਾਰਾਜ, ਮੇਰੇ ਮਨ ਅੰਦਰ ਸੁਖ ਆ ਕੇ ਬਸ ਗਿਆ। ਮੈਂ ਹੋਇਆ ਕੀ ਹੈ? ਕੋਟ ਜਨਮ ਕੇ ਕਿਲ ਬਿਖ ਨਾਸੇ, ਸਿਮਰਤ ਪਾਵਨ ਤਨ ਮਨ ਸੁਖ। ਹੁਣ ਤਾਂ ਮੇਰੇ ਸਾਰੇ ਗੁਨਾਹ ਕੀਤੇ ਪਾਪ ਉਤਰ ਗਏ ਨੇ, ਕਿਉਂਕਿ ਮੈਂ ਵਾਹਿਗੁਰੂ ਦੀ ਯਾਦ ਵਿੱਚ ਜੁੜਿਆ ਹਾਂ। ਇਹ ਪਾਪ ਮਾਰੋ ਨਹੀਂ ਪੈਣਾ, ਭੁਲੇਖੇ ਵਿੱਚ ਨਾ ਰਹਿਣਾ। ਇਹ ਬਾਹਰੋਂ ਧੋਨਾ ਨਹੀਂ ਉਤਰਦੇ। ਇਹ ਤਾਂ ਗੁਰੂ ਪਾਤਸ਼ਾਹ ਕਹਿੰਦੇ ਨੇ, ਦੇਖ ਸਰੂਪ ਪੂਰਨ ਪਈ ਆਸਾ, ਦਰਸ਼ਨ ਭੇਟਤ ਉਤਰੀ ਭੁੱਖ। ਅੰਦਰਲੀ ਭੁੱਖ ਮਿਲਦੀ ਹੈ ਉਸ ਪ੍ਰਭੂ ਦੇ ਦੀਦਾਰ ਨਾਲ, ਉਹਦੇ ਦਰਸ਼ਨਾਂ ਦੇ ਨਾਲ। ਜਦੋਂ ਇਹ ਵਾਹਿਗੁਰੂ ਦੇ ਭਰੋਸਾ ਬਣ ਜਾਂਦਾ ਹੈ, ਉਹਦੇ ਨਾਮ ਵਿੱਚ ਇਨਸਾਨ ਜੁੜਦਾ ਹੈ, ਤਾਂ ਫਿਰ ਉਹਨੂੰ ਇਹ ਗੱਲ ਪਤਾ ਲੱਗਦੀ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧੇਨਾ। ਸੋ ਐਸਾ ਹਰ ਧਿਆਈਐ ਮੇਰੇ ਜੀੜੇ, ਤਾਂ ਸਰਬ ਸੁਖ ਪਾਵੇ ਮੇਰੇ ਮਨਾ। ਤੁਹਾਡੇ ਮਾਈਕ ਤੋਂ ਨਾ ਡਿਸਟਰਬੈਂਸ ਆ ਰਹੀ ਕਾਫੀ, ਕਿਰਕਿਰ ਦੀ ਆਵਾਜ਼ ਆਉਂਦੀ ਹੈ। ਦੇਖੋ ਕੋਈ ਸੈਟਿੰਗ ਕਰਕੇ ਠੀਕ ਹੋ ਜਾਏ ਤਾਂ। ਜਿਵੇਂ ਜਿਵੇਂ ਮਨੁੱਖ ਪਰਮੇਸ਼ਰ ਦੇ ਨਾਮ ਨਾਲ ਜੁੜਦਾ ਹੈ, ਜਿਵੇਂ ਜਿਵੇਂ ਮਨੁੱਖ ਪਰਮੇਸ਼ਰ ਦੇ ਨਾਮ ਨਾਲ ਜੁੜਦਾ ਹੈ, ਤਿਵੇਂ ਤਿਵੇਂ ਉਹਦੇ ਅੰਦਰ ਆਨੰਦ ਹੀ ਆਨੰਦ ਬਣਦਾ ਜਾਂਦਾ ਹੈ। ਤੇ ਗੁਰੂ ਸਾਹਿਬ ਜੀ ਨੇ ਨਿਰਣਾ ਵੀ ਕਰ ਦਿੱਤਾ ਭੈਰੋਂ ਰਾਗ ਦੇ ਵਿੱਚ, ਜਿਸ ਨਾਮ ਹਿਰਦੈ ਸੋਈ ਵੱਡ ਰਾਜਾ, ਜਿਸ ਨਾਮ ਹਿਰਦੈ ਤਿਸ ਪੂਰੇ ਕਾਜਾ, ਜਿਸ ਨਾਮ ਹਿਰਦੈ ਤਿਨ ਕੋੜ ਧਨ ਪਾਏ, ਨਾਮ ਬਿਨਾ ਜਨਮ ਬਿਰਥਾ ਜਾਏ। ਉਹ ਤਾਂ ਰਾਜਿਆਂ ਦਾ ਰਾਜਾ ਹੈ। ਆਪਣੇ ਆਪ ਨੂੰ ਅੰਦਰ ਇਹ ਭਰੋਸਾ ਹੋ ਜਾਂਦਾ ਹੈ, ਵਿਸ਼ਵਾਸ ਬਣ ਜਾਂਦਾ ਹੈ। ਨਾਮ ਅਭਿਆਸ ਤੇ ਚੱਲਣ ਵਾਲਾ ਵਾਹਿਗੁਰੂ ਦੀ ਯਾਦ ਨੂੰ ਹੀ ਸਾਰੇ ਮਾਨਸਿਕ ਦੁੱਖਾਂ ਦਾ ਇਲਾਜ ਸਮਝ ਲੈਂਦਾ ਹੈ। ਦੁੱਖ ਮਾਨਸਿਕ ਦੁੱਖ ਹਨ। ਦੁੱਖ ਆਉਂਦੇ ਕਦੇ ਨੇ? ਜਦੋਂ ਸਾਡਾ ਮਨ ਦੁਖੀ ਹੁੰਦਾ ਹੈ। ਮਨ ਦੇ ਦੁੱਖ ਜਿਹੜੇ ਨੇ ਉਹ ਸਾਡੇ ਸਰੀਰ ਨੂੰ ਵੀ ਨੁਕਸਾਨ ਕਰਦੇ ਹਨ। ਸਰੀਰਕ ਦੁੱਖ ਵੀ ਵਧੇਰੇ ਕਰਕੇ ਸਾਡੇ ਮਾਨਸਿਕ ਵਿਚਾਰਾਂ ਵਿੱਚੋਂ ਹੀ ਪੈਦਾ ਹੁੰਦੇ ਹਨ। ਇਹ ਗੱਲ ਵਿਦਵਾਨ ਵੀ ਕਹਿੰਦੇ ਨੇ, ਬਹੁਤ ਸਾਰੇ ਫਿਲਾਸਫਰ, ਬਹੁਤ ਸਾਰੇ ਰਾਈਟਰ ਵੀ ਗੱਲ ਕਹਿੰਦੇ ਨੇ ਕਿ ਬਹੁਤ ਸਾਰੇ ਸਰੀਰਕ ਦੁੱਖ ਉਹ ਸਾਡੇ ਮਨ ਦੇ ਵਿਚਾਰਾਂ ਵਿੱਚ ਕਰਕੇ ਹੀ ਪੈਦਾ ਹੁੰਦੇ ਹਨ। ਪਰ ਜਿਵੇਂ ਜਿਵੇਂ ਮਨੁੱਖ ਦੀ ਨੇੜਤਾ ਪਰਮੇਸ਼ਰ ਦੇ ਨਾਮ ਨਾਲ ਹੁੰਦੀ ਜਾਂਦੀ ਹੈ, ਪਰਮੇਸ਼ਰ ਦੀ ਬੰਦਗੀ ਨਾਲ ਹੁੰਦੀ ਜਾਂਦੀ ਹੈ, ਇਹ ਮਾਨਸਿਕ ਸ਼ਾਂਤੀ ਵੀ ਮਿਲ ਜਾਂਦੀ ਹੈ। ਮਾਇਆ ਦੇ ਅਸਰ, ਪਾਪ ਕਾਰਨ ਉਪਜੇ ਹੋਏ ਦੁੱਖ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਮਾਰੂ ਵਿਕਾਰ, ਇਹ ਜਿਹੜੇ ਪ੍ਰਭੂ ਤੋਂ ਦੂਰੀ ਕਰਨ ਵਾਲੇ ਰੁਕਾਵਟ ਸਨ ਸਾਡੇ ਅੰਦਰ, ਇਹ ਹੌਲੀ 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 ਵਾਹਿਗੁਰੂ ਦੀ ਯਾਦ ਨਾਲ ਸਭ ਮਿਟ ਜਾਂਦੇ ਹਨ। ਜਿਵੇਂ ਜਿਵੇਂ ਵਾਹਿਗੁਰੂ ਦੀ ਯਾਦ ਹਿਰਦੇ 'ਚ ਪੱਕੀ ਹੁੰਦੀ ਹੈ, ਤਿਵੇਂ ਤਿਵੇਂ ਸਾਡੇ ਅੰਦਰਲਾ ਬਹੁਤ ਬਹੁਤ ਠੰਡਾ ਠਾਰ ਹੁੰਦਾ ਜਾਂਦਾ ਹੈ। ਹਰ ਗੁਣ ਗਾਵਾਂ ਹਰ ਨਿਤ ਚਵਾਂ, ਗੁਰਮਤੀ ਹਰ ਰੰਗ ਸਦਾ ਮਾਨ, ਹਰ ਜਪ ਜਪ ਔਖਦ ਖਾਧਿਆ, ਸਭ ਰੋਗ ਗਵਾਤੇ ਦੁੱਖਾਂ ਘਾਨ। ਇੱਕ ਲੋਕੀ ਦੁੱਖਾਂ ਦੇ ਘਾਣ ਦੂਰ ਹੋ ਗਏ। ਜਿਵੇਂ ਜਿਵੇਂ ਮਨੁੱਖ ਪਰਮੇਸ਼ਰ ਦੇ ਨਾਲ ਜੁੜਦਾ ਹੈ, ਤਿਵੇਂ ਤਿਵੇਂ ਇਹਦੀ ਅੰਦਰੋਂ ਦੁੱਖਾਂ ਦਾ ਛੁਟਕਾਰਾ ਹੁੰਦਾ ਜਾਂਦਾ ਹੈ।
ਬੰਦੇ ਦੇ ਅੰਦਰ ਚਿੰਤਾ ਭਰੀ ਹੋਈ ਹੈ। ਬਾਹਰੋਂ ਦੇਖਣ ਨੂੰ ਸੁੱਖ ਲੱਗਦਾ ਹੈ, ਬਾਹਰਲੇ ਸੁੱਖਾਂ ਨਾਲ ਅੰਦਰ ਦੀ ਚਿੰਤਾ ਨਹੀਂ ਮਿਟਦੀ। ਔਰ ਗੁਰੂ ਨਾਨਕ ਪਾਤਸ਼ਾਹ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਤਾਂ ਗੱਲ ਕਹਿ ਦਿੱਤੀ ਗੋੜੀ ਰਾਗ ਦੇ ਵਿੱਚ, ਕਹਿੰਦੇ ਜੇ ਮਨੁੱਖ ਭਾਵੇਂ ਬਾਹਰੋਂ ਸੁਖੀ ਲੱਗੇ ਪਰ ਅੰਤਰ ਚਿੰਤਾ ਨੈਣੀ ਸੁਖੀ, ਮੂਲ ਨਾ ਉਤਰੈ ਭੁੱਖ, ਨਾਨਕ ਸੱਚੇ ਨਾਮ ਬਿਨ ਕਿਸੇ ਨਾ ਲੱਥੋ ਦੁੱਖ। ਭਰੋਸਾ ਕਰਕੇ ਜਾਣ ਵਾਹਿਗੁਰੂ ਦੀ ਯਾਦ ਤੋਂ ਬਿਨਾਂ, ਉਹਦੇ ਸਿਮਰਨ ਤੋਂ ਬਿਨਾਂ ਤੇਰੇ ਦੁੱਖ ਦੂਰ ਨਹੀਂ ਹੋ ਸਕਦੇ। ਮਾਨਸਿਕ ਦੁੱਖ, ਅਧਿਆਤਮਿਕ ਦੁੱਖ ਜਿਵੇਂ ਜਿਵੇਂ ਮਨੁੱਖ ਦੇ ਅੰਦਰ ਬਣਦੇ ਰਹੇ, ਤਿਵੇਂ ਤਿਵੇਂ ਮਨੁੱਖ ਦੇ ਅੰਦਰ ਇਹ ਦਰਦ ਹੋਰ ਵੱਧਦਾ ਜਾਂਦਾ ਹੈ। ਜਿਸ ਤੋਂ ਆਵੇ ਚਿੱਤ ਤਿਸ ਨੂੰ ਸਦਾ ਸੁਖ, ਜਿਸ ਤੋਂ ਆਵੇ ਚਿੱਤ ਤਿਸ ਜਮ ਨਾਹੇ ਦੁੱਖ, ਜਿਸ ਤੋਂ ਆਵੇ ਚਿੱਤ ਤਿਸ ਕੇ ਕਾੜਿਆ, ਜਿਸ ਦਾ ਕਿਰਤਾ ਮਿੱਤਰ ਸਭ ਕਹਾ ਸਵਾਰਿਆ। ਇਹ ਬਚਨ ਵੀ ਗੁਰੂ ਅਰਜਨ ਦੇਵ ਮਹਾਰਾਜ ਦਾ ਰਾਮਕਲੀ ਕੀ ਵਾਰ ਦੇ ਵਿੱਚ ਹੈ। ਜਿਹੜਾ ਜਿਵੇਂ ਵਾਹਿਗੁਰੂ ਦੀ ਯਾਦ ਵਸਦੀ ਹੈ, ਮਨੁੱਖ ਅੰਦਰੋਂ ਰਚਦਾ ਜਾਂਦਾ ਹੈ, ਤ੍ਰਿਪਤ ਹੁੰਦਾ ਜਾਂਦਾ ਹੈ। ਇਹ ਸਿਮਰਨ ਦੀ ਪਹਿਲੀ ਨਿਸ਼ਾਨੀ ਹੈ ਕਿ ਮਨੁੱਖ ਅੰਦਰੋਂ ਤ੍ਰਿਪਤ ਹੋਵੇ, ਅੰਦਰੋਂ ਰਚਿਆ ਹੋਇਆ ਹੋਵੇ, ਦੁੱਖ ਤੇ ਸੁੱਖ ਨੂੰ ਸਮਾਨ ਕਰਕੇ ਜਾਣੇ। ਇਹ ਸਿਮਰਨ ਦੇ ਵਿੱਚ ਪਹਿਲਾ ਗੁਣ, ਜਿਹੜਾ ਸਿਮਰਨ ਸਾਡੇ ਬਰਕਤਾਂ ਦਾ, ਸਿਮਰਨ ਦੀਆਂ ਬਰਕਤਾਂ ਦੇ ਵਿੱਚ ਪਹਿਲਾ ਗੁਣ ਹੈ। ਫਿਰ ਸਿਮਰਨ ਦੇ ਨਾਲ ਇਨਸਾਨ ਦੀ ਜ਼ਿੰਦਗੀ ਬਦਲ ਜਾਂਦੀ ਹੈ, ਜੀਵਨ ਪਲਟ ਜਾਂਦਾ ਹੈ। ਆਮ ਅਸੀਂ ਦੇਖਦੇ ਹਾਂ ਸਮਾਜ ਵਿੱਚ ਵਿਚਰਦਿਆਂ ਹੋਇਆਂ ਕਿ ਮਨੁੱਖ ਜਿਹੋ ਜਿਹੀ ਸੰਗਤ ਕਰਦਾ ਹੈ, ਜਿਹੋ ਜਿਹੀ ਸੰਗਤ ਵਿੱਚ, ਜਿਹੋ ਜਿਹੀ ਸੰਗਤ 'ਚ ਬਹਿੰਦਾ ਹੈ, ਉਹੋ ਜਿਹੇ ਵਿਚਾਰ ਉਹਦੇ ਬਣ ਜਾਂਦੇ ਹਨ, ਉਹੋ ਜਿਹੀ ਮਤ ਉਹ ਧਾਰਨ ਕਰ ਲੈਂਦਾ ਹੈ, ਉਹਦਾ ਸੁਭਾਅ ਉਹੋ ਜਿਹਾ ਬਣ ਜਾਂਦਾ ਹੈ। ਜਿਹੜਾ ਗੱਭਰੂ ਜਵਾਨ ਕਿਤੇ ਗੱਭਰੂ ਉਮਰ ਵਿੱਚ ਇਸ਼ਕ ਦੇ ਨਾਵਲ ਹੀ ਪੜ੍ਹਦਾ ਰਹੇ, ਸਹਿਜੇ ਸਹਿਜੇ ਉਹਦੇ ਸੁਭਾਅ ਦੇ, ਉਹਦੇ ਜੀਵਨ ਵਿੱਚ ਵੀ ਫਿਰ ਰੰਗ ਰਲੀਆਂ ਤੇ ਮੌਜਾਂ ਹੀ ਰਹਿ ਜਾਂਦੀਆਂ ਹਨ। ਇਹ ਸੁਭਾਅ ਮਨੁੱਖ ਦਾ ਮਨੁੱਖ ਦੀ ਇੱਕ ਨੇਚਰ ਹੈ ਵੀ ਜਿਹੋ ਜਿਹਾ ਪੜ੍ਹਦਾ ਹੈ, ਜਿਹੋ ਜਿਹਾ ਸੰਗਤ ਬਹਿਣੇ 'ਚ ਬਹਿੰਦਾ ਹੈ, ਉਹੋ ਜਿਹਾ ਉਹਦਾ ਸੁਭਾਅ ਬਣਦਾ ਜਾਂਦਾ ਹੈ। ਤੇ ਦੇਸ਼ ਪਿਆਰ ਦੇ ਬਲਬਲੇ ਦੀਆਂ ਕਿਤਾਬਾਂ ਪੜ੍ਹਨ ਵਾਲਾ ਆਮ ਤੌਰ ਤੇ ਆਪਣੇ ਦੇਸ਼ ਲਈ ਕੁਰਬਾਨ ਹੋਣ ਲਈ ਤਿਆਰ ਹੋ ਜਾਂਦਾ ਹੈ। ਇਹੀ ਕਾਰਨ ਕਹਿੰਦੇ ਆ ਨਾ, ਬੱਚਿਆਂ ਨੂੰ ਸਿੱਖ ਇਤਿਹਾਸ ਪੜ੍ਹਾਈਏ, ਸਿੱਖਾਂ ਦੀਆਂ ਕਹਾਣੀਆਂ ਸੁਣਾਈਏ, ਸੂਰਬੀਰਾਂ ਦੀਆਂ ਗਾਥਾ ਸੁਣਾਈਏ, ਧਰਮ ਦੀ ਪਰਪੱਕਤਾ ਦੀ ਸਿਖਰ ਉਹਨਾਂ ਨੂੰ ਦਿਖਾਈਏ, ਖੂਨ ਨਾਲ ਲੱਥਪੱਥ ਖੋਪਰੀ ਭਾਈ ਤਾਰੂ ਸਿੰਘ ਦੀ ਬੱਚਿਆਂ ਨੂੰ ਦਿਖਾਈਏ, ਭਾਈ ਮਨੀ ਸਿੰਘ ਦਾ ਕੱਟਿਆ ਹੋਇਆ ਬੰਦ ਉਹਨਾਂ ਦੇ ਸਾਹਮਣੇ ਲਿਆਈਏ, ਆਪਣੇ ਬੱਚਿਆਂ ਨੂੰ ਸਰਹੰਦ ਦੀਆਂ ਕੰਧਾਂ ਦਿਖਾਈਏ ਜਿਨ੍ਹਾਂ ਵਿੱਚੋਂ ਖੂਨੀ ਇਤਿਹਾਸ ਛੁਪਿਆ ਹੋਇਆ, ਉਹਨਾਂ ਨੂੰ ਚਮਕੌਰ ਦੀ ਗੜੀ ਦੀਆਂ ਉਹ ਦੀਵਾਰਾਂ ਦਿਖਾਈਏ ਜਿਨ੍ਹਾਂ ਵਿੱਚ ਕਲਗੀਧਰ ਪਾਤਸ਼ਾਹ ਦੇ ਲਖਤੇ ਜਿਗਰ ਸੁੱਤੇ ਹੋਏ ਹਨ। ਕਿਉਂ ਕਹਿੰਦੇ ਹਨ? ਕਿਉਂਕਿ ਜਿਹੋ ਜਿਹਾ ਦੇਖਦਾ ਹੈ ਉਹਨੂੰ ਗ੍ਰਹਿਣ ਕਰਦਾ ਹੈ। ਮਨ ਦਾ ਸੁਭਾਅ ਹੈ, ਇਨਸਾਨ ਦੀ ਇਹ ਸੁਭਾਅ ਹੈ। ਜਦੋਂ ਅਸੀਂ ਗੁਰੂ ਦੀ ਗੱਲ ਕਰਾਂਗੇ, ਗੁਰੂ ਸੂਰਬੀਰਾਂ ਦੀ ਗੱਲ ਕਰਾਂਗੇ, ਸਾਡੇ ਸੁਭਾਅ ਅੰਦਰ ਵੀ ਉਹ ਗੁਣ ਆਉਣੇ ਸ਼ੁਰੂ ਹੁੰਦੇ ਨੇ, ਉਹਨਾਂ ਦਾ ਪ੍ਰਭਾਵ ਸਾਡੇ ਉੱਤੇ ਵੀ ਪੈਂਦਾ ਹੈ। ਆਮ ਤੌਰ ਤੇ ਦੇਖੋ, ਮਨੁੱਖ ਜੋ ਕੁਝ ਵੇਖਦਾ ਹੈ ਉਹ ਵੀ ਅਸਰ ਉਹਦੇ ਉੱਤੇ ਹੁੰਦਾ ਹੈ। ਸਾਰਾ ਦਿਨ ਟੀਵੀ ਅੱਗੇ ਬੈਠ ਕੇ ਸੀਰੀਅਲ ਵੇਖਣ ਵਾਲੇ ਬੰਦਗੀ ਵਿੱਚ ਨਹੀਂ ਜੁੜ ਸਕਦੇ, ਸੁਭਾਅ ਨਹੀਂ ਬਣਦਾ, ਕਿਉਂਕਿ ਉਹਨਾਂ ਦੇ ਅੰਦਰ ਇਸ਼ਕ ਮਿਸ਼ਕ, ਝੂਠ, ਫਰੇਬ ਤੇ ਠੱਗੀ ਉਹ ਕੁਝ ਹੀ ਚੱਲਦਾ ਰਹੇਗਾ। ਜਿਵੇਂ ਜਿਵੇਂ ਇਹ ਤਾਂ ਚੀਜ਼ਾਂ ਹੌਲੀ ਹੌਲੀ ਚੇਂਜ ਹੁੰਦੀਆਂ ਨੇ, ਬਦਲਦੀਆਂ ਹਨ। ਮਨੁੱਖ ਸ਼ਰਾਬੀਆਂ ਦੀ ਸੰਗਤ ਵਿੱਚ ਬੈਠ ਜਾਏ, ਸ਼ਰਾਬੀ ਬਣ ਜਾਂਦਾ ਹੈ। ਜੁਆਰੀਆਂ ਦੀ ਸੰਗਤ ਵਿੱਚ ਬੈਠ ਜਾਏ, ਜੁਆਰੀ ਬਣ ਜਾਂਦਾ ਹੈ। ਤੇ ਇਸੇ ਤਰ੍ਹਾਂ ਹੀ ਪਰਮੇਸ਼ਰ ਦੇ ਰੰਗਿਆ ਹੋਇਆਂ ਦੀ ਰੰਗਤ ਦੀ ਸੰਗਤ ਵਿੱਚ ਬੈਠ ਜਾਏ ਤੇ ਇਹ ਵੀ ਰੰਗਿਆ ਜਾਂਦਾ ਹੈ। ਪਰਮਾਤਮਾ ਦੀ ਸਿਫਤ ਸਲਾਹ ਦੀਆਂ ਗੱਲਾਂ ਉਸ ਦੀ ਖਲਕਤ ਨਾਲ ਜੁੜਦੀਆਂ ਹਨ। ਜਿਵੇਂ ਜਿਵੇਂ ਅਸੀਂ ਉਹਦੀ ਸਿਫਤ ਸਲਾਹ ਦੀ ਗੱਲ ਕਰਦੇ ਹਾਂ, ਤਿਵੇਂ ਸਾਡਾ ਉਹਦੀ ਖਲਕਤ ਨਾਲ ਪਿਆਰ ਬਣਦਾ ਜਾਂਦਾ ਹੈ। ਅਸੀਂ ਰੋਜ਼ ਜੀਵਨ ਨੂੰ ਦੇਖੀਏ, ਆਪਣੇ ਜੀਵਨ ਵੱਲ ਦੇਖੀਏ, ਕਿੰਨੀ ਤਰਸਯੋਗ ਹਾਲਤ ਹੈ ਸਾਡੀ ਜ਼ਿੰਦਗੀ ਦੀ। ਆਪਣੇ ਅੰਦਰ ਝਾਤ ਮਾਰ ਕੇ ਦੇਖੀਏ, ਈਰਖਾ, ਵਿਰੋਧ, ਨਫ਼ਰਤ, ਨਿੰਦਿਆ, ਭਾਂਬੜ ਮਚ ਰਹੇ ਹਨ ਸਾਡੇ ਅੰਦਰ। ਅੰਦਰ ਖਿਆਲ ਕਰਕੇ ਤਾਂ ਦੇਖ ਲਈਏ, ਸਾਨੂੰ ਅੰਦਰ ਦੇਖਣ ਦੀ ਆਦਤ ਨਹੀਂ ਬਣੀ, ਪਰ ਜੇ ਦੇਖ ਲਈਏ ਸੱਚਮੁੱਚ ਬੰਦਾ ਅੰਦਰੋਂ ਕੋਲਿਆਂ ਵਾਂਗੂ ਸੜਿਆ ਹੋਇਆ ਹੈ, ਨਿੰਦਿਆ ਦੀ ਅੱਗ ਵਿੱਚ ਸੜਿਆ ਹੋਇਆ ਹੈ, ਨਫ਼ਰਤ ਤੇ ਈਰਖਾ ਦੀ ਅੱਗ ਵਿੱਚ ਸੜਿਆ ਹੋਇਆ ਹੈ। ਪਰ ਗੱਲ ਸਭ ਤੋਂ ਵਿੱਚੋਂ ਮਜ਼ੇਦਾਰ ਕੀ ਹੈ
ਕਿ ਦੂਜਿਆਂ ਦੀ ਨਿੰਦਿਆ ਕਰਨ ਵਾਲਾ, ਹੋਰਾਂ ਨਾਲ ਈਰਖਾ ਕਰਨ ਵਾਲਾ ਆਪਣੇ ਅੰਦਰ ਵੀ ਹਮੇਸ਼ਾ ਸੜਦਾ ਭੁੱਜਦਾ ਰਹਿੰਦਾ ਹੈ। ਇਹ ਸਭ ਤੋਂ ਵੱਡੀ ਜਿਹੜੀ ਗੱਲ ਅੰਦਰ ਸੋਚਣ ਵਾਲੀ ਹੈ। ਜੇ ਅਸੀਂ ਕਿਸੇ ਦਾ ਬੁਰਾ ਚਿਤਰਦੇ ਰਹਾਂਗੇ, ਕਿਸੇ ਸਾਡੇ ਮਨ ਅੰਦਰ ਕਿਸੇ ਦੇ ਮਾੜੇ ਕਰਨ ਦੀ ਗੱਲ ਹੋਏਗੀ, ਕਿਸੇ ਨੂੰ ਮਾਰਨ ਦੀ ਗੱਲ ਕਰਾਂਗੇ, ਸੋਚਾਂਗੇ, ਹਰ ਸਮੇਂ ਦਿਮਾਗ ਵਿੱਚ ਉਹ ਗੱਲਾਂ ਹੀ ਘੁੰਮਦੀਆਂ ਰਹਿਣਗੀਆਂ। ਦੇਖੋ ਕਿਆ ਕਮਾਲ ਦੀ ਇਸ ਸੰਸਾਰ ਦੀ ਖੇਡ ਹੈ ਕਿ ਨਿੰਦਾ ਤੇ ਈਰਖਾ ਕਰਨ ਵਾਲੇ ਬੰਦਾ ਹਮੇਸ਼ਾ ਹੀ ਅੰਦਰ ਆਪਣੇ ਇਹਦਾ ਨਿੰਦਿਆ ਤੇ ਈਰਖਾ ਦੀ ਅੱਗ ਵਿੱਚ ਹੀ ਸੜਦਾ ਰਹਿੰਦਾ ਹੈ। ਪਰ ਹੈ ਬੜਾ ਚਸਕਾ, ਸਵਾਦ ਬੜਾ ਹੈ। ਅਸੀਂ ਤਾਂ ਕੋਈ ਸਮਾਂ ਖੁੰਝਣ ਹੀ ਨਹੀਂ ਦਿੰਦੇ ਜਦੋਂ ਅਸੀਂ ਇਸ ਨਿੰਦਿਆ ਦੀ ਅੱਗ ਤੋਂ ਪਰੇ ਹੋ ਜਾਈਏ। ਇੱਕ ਨਹੀਂ, ਦੋ ਨਹੀਂ, ਬਸ ਇਹ ਨਿੰਦਿਆ ਕਰਨ ਤੇ ਸੁਣਨ ਵਿੱਚ ਘੰਟਿਆਂ ਬੱਧੀ ਸਮਾਂ ਅਸੀਂ ਜ਼ਿੰਦਗੀ ਦਾ ਗੁਜ਼ਾਰ ਦਿੰਦੇ ਹਾਂ। ਨਹੀਂ ਤਾਂ ਆਪਣੇ ਅੰਦਰ ਝਾਤ ਮਾਰ ਕੇ ਦੇਖ ਲਓ, ਸਾਡੀ ਜਦੋਂ ਅਸੀਂ ਬੈਠਦੇ ਹਾਂ ਸਾਡੇ ਗੱਲਾਂ ਦਾ ਤੱਤ ਕੀ ਹੁੰਦਾ ਹੈ? ਇੱਕ ਦੂਜੇ ਦੀ ਨਿੰਦਿਆ, ਈਰਖਾ, ਚੁਗਲੀ, ਉਹ ਫਲਾਣਾ ਇੱਦਾਂ, ਉਹ ਕਿਵੇਂ ਬਣ ਗਿਆ, ਕਿਵੇਂ ਹੋ ਗਿਆ। ਪਿਆਰਿਓ, ਜਿਸ ਕਿਤੇ ਭਾਗਾਂ ਵਾਲੇ ਨੂੰ ਕਿਤੇ ਭਲਕੇ ਪੁਰਖਾਂ ਦੀ ਸੰਗਤ ਮਿਲ ਜਾਏ, ਸਤਸੰਗੀਆਂ ਦੇ ਵਿੱਚ ਜਾ ਕੇ ਕਿਤੇ ਰੰਗਿਆ ਜਾਵੇ, ਫਿਰ ਸਭ ਵਿੱਚ ਵਸਦੇ ਹੋਏ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਸਿੱਖ ਜਾਂਦਾ ਹੈ, ਸਰਵ ਵਿਆਪਕ ਪਰਮੇਸ਼ਰ ਦੀ। ਤੇ ਉਹ ਪਰਮੇਸ਼ਰ ਦੇ ਬੰਦਗੀ ਦਾ ਤੀਰ ਇੱਕ ਐਸਾ ਨਿਆਲਾ ਤੀਰ ਹੈ, ਐਸਾ ਤਿੱਖਾ ਤੀਰ ਹੈ, ਐਸਾ ਕੰਡਿਆਲਾ ਤੀਰ ਹੈ, ਜਿਸ ਭਾਗਾਂ ਵਾਲੇ ਹਿਰਦੇ ਨੂੰ ਉਹ ਵਿੰਨ ਦੇਵੇ, ਉੱਥੇ ਤੇ ਫਿਰ ਨਿੰਦਿਆ, ਈਰਖਾ, ਚੁਗਲੀ, ਵੈਰ ਵਿਰੋਧ ਇਹਨਾਂ ਵੱਲੋਂ ਗੁੰਗਾ ਤੇ ਬੋਲਾ ਕਰ ਦਿੰਦਾ ਹੈ। ਇਨਸਾਨ ਨਾ ਗੁੰਗਾ ਬੋਲਦਾ ਹੈ, ਨਾ ਇਨਸਾਨ ਸੁਣਦਾ ਹੈ, ਨਾ ਨਿੰਦਿਆ ਚੁਗਲੀ ਗੱਲ ਜ਼ਬਾਨ ਤੋਂ ਕਰਦਾ ਹੈ, ਨਾ ਹੀ ਕੰਨਾਂ ਨਾਲ ਸੁਣਦਾ ਹੈ। ਫਿਰ ਹੌਲੀ ਹੌਲੀ ਉਹਨਾਂ ਸੰਗੀਆਂ ਕੋਲ ਜਾਣੋਂ ਵੀ ਹਟ ਜਾਂਦਾ ਹੈ, ਜਿਨ੍ਹਾਂ ਦੀ ਸੰਗਤ ਵਿੱਚ ਬੈਠ ਕੇ ਇਹ ਸੰਗਤ ਵਿੱਚ ਬੈਠ ਕੇ ਕੁਝ ਸਿੱਖਿਆ ਸੀ। ਬੜਾ ਕਮਾਲ ਦਾ ਇੱਕ ਨਕਸ਼ਾ ਖਿੱਚਿਆ ਭਗਤ ਕਬੀਰ ਜੀ ਨੇ ਆਪਣੇ ਸਲੋਕਾਂ ਦੇ ਵਿੱਚ। 2 ਸਲੋਕ ਇੱਕੋ ਜਿਹੇ ਲਿਖੇ ਨੇ, 193 194 ਨੰਬਰ ਸਲੋਕ ਹੈ ਭਗਤ ਕਬੀਰ ਜੀ ਦਾ। ਭਗਤ ਕਬੀਰ ਜੀ ਕਹਿੰਦੇ, ਹੁਣ ਗੁੰਗਾ ਹੋ ਗਿਆ, ਹੁਣ ਮੈਂ ਬੋਲਾ ਹੋ ਗਿਆ, ਹੁਣ ਮੈਨੂੰ ਸੁਣਦਾ ਹੀ ਨਹੀਂ, ਕਮਲਾ ਹੋ ਗਿਆ, ਸ਼ਦਾਈ ਹੋ ਗਿਆ, ਮੈਂ ਪਿੰਗਲਾ ਬਣ ਗਿਆ, ਮੇਰੇ ਪੈਰ ਤੁਰਦੇ ਹੀ ਨਹੀਂ ਹੈ। ਇਹ ਕਾਹਦਾ ਸ਼ਬਦ ਹੋਇਆ ਜੋ ਸਾਨੂੰ ਗੁੰਗਾ ਕਰ ਦੇਵੇ? ਕਾਹਦਾ ਸ਼ਬਦ ਹੈ ਜਿਹੜਾ ਸਾਨੂੰ ਬੋਲਾ ਹੀ ਕਰ ਦੇਵੇ? ਉਹ ਕਾਹਦਾ ਸ਼ਬਦ ਹੈ, ਕਾਹਦਾ ਸਿਮਰਨ ਹੈ ਜਿਹੜਾ ਸਾਨੂੰ ਬਾਵਰਾ ਕਰ ਦੇਵੇ, ਜਿਹੜਾ ਸਾਨੂੰ ਪਿੰਗਲਾ ਹੀ ਕਰ ਦੇਵੇ? ਚੰਗੇ ਭਲੇ ਤੁਰਦੇ ਸਨ, ਪਿੰਗਲਾ ਹੀ ਕਰ ਦੇਵੇ। ਭਗਤ ਜੀ ਫਿਰ ਕੁਝ ਸਮਝਾਉਂਦੇ ਨੇ, ਉਹ ਕਹਿੰਦੇ ਨੇ, ਜ਼ਬਾਨ ਬੰਦ ਨਹੀਂ ਹੋਈ, ਜ਼ਬਾਨ ਮਾੜਾ ਬੋਲਣਾ ਬੰਦ ਹੋ ਗਈ, ਜ਼ਬਾਨ ਨਿੰਦਿਆ ਕਰਨੀ ਬੰਦ ਹੋ ਗਈ। ਕੰਨਾਂ ਨੇ ਸੁਣਨਾ ਬੰਦ ਨਹੀਂ ਕੀਤਾ, ਪਰ ਕੰਨਾਂ ਨੇ ਕੇਵਲ ਵਾਹਿਗੁਰੂ ਦੇ ਸਿਫਤ ਸਲਾਹ ਦੀ ਗੱਲ ਸੁਣੀ, ਫਜ਼ੂਲ ਦੀਆਂ ਗੱਲਾਂ ਨਹੀਂ ਸੁਣੀਆਂ। ਝੱਲਾ ਕਿਉਂ ਹੋ ਗਿਆ? ਅੰਦਰ ਆਨੰਦ ਤੇ ਖੀਵਾ ਬਣ ਗਿਆ, ਆਨੰਦ ਨਾਲ ਖੀਵਾ ਹੋ ਗਿਆ। ਪਿੰਗਲਾ ਕਿਉਂ ਹੋ ਗਿਆ? ਹੁਣ ਕਦਮ ਮਾੜੇ ਪਾਸੇ ਜਾਂਦੇ ਹੀ ਨਹੀਂ, ਹੁਣ ਕਲੱਬਾਂ ਦੀਆਂ ਦਲੀਜ਼ਾਂ ਤੇ ਜਾ ਕੇ ਪੈਰ ਨਹੀਂ ਰੁਕਦਾ, ਕਿ ਸ਼ਰਾਬਾਂ ਦੇ ਬਾਰ ਤੇ ਜਾ ਕੇ ਪੈਰ ਨਹੀਂ ਰੁਕਦਾ, ਕਿਉਂਕਿ ਪੈਰ ਉਧਰ ਜਾਂਦਾ ਹੀ ਨਹੀਂ, ਉਧਰ ਕਦਮ ਜਾਂਦਾ ਹੀ ਨਹੀਂ। ਤੇ ਫਿਰ ਹੋਇਆ ਕੀ? ਕਹਿੰਦੇ ਨੇ, ਹੁਣ ਮੇਰੇ ਗੁਰੂ ਨੇ ਮੈਨੂੰ ਸ਼ਬਦ ਦਾ ਤੀਰ ਮਾਰ ਦਿੱਤਾ ਹੈ, ਤੇ ਜਦੋਂ ਇਹ ਸ਼ਬਦ ਦਾ ਤੀਰ ਵੱਜਿਆ, ਬਸ ਮੈਂ ਤਾਂ ਧਰਤੀ ਤੇ ਹੀ ਡਿੱਗ ਪਿਆ, ਮੇਰੇ ਕਲੇਜੇ ਨੂੰ ਵਿੰਨ ਗਿਆ। ਕਿਆ ਕਮਾਲ ਦੇ ਬੋਲ ਭਗਤ ਜੀ ਲਿਖਦੇ ਨੇ। ਕਬੀਰ, ਗੂੰਗਾ ਹੁਆ ਬਾਵਰਾ, ਬਹਿਰਾ ਹੁਆ ਕਾਨ, ਪਾਮੋਂ ਤੇ ਪਿੰਗਲ ਪਿਆ, ਮਾਰਿਆ ਸਤਿਗੁਰ ਬਾਣ। ਕਬੀਰ, ਸਤਿਗੁਰ ਸੂਰਮੇ, ਮਹਿਆ ਬਾਂਝੋ ਏਕ, ਲਾਗਤ ਹੀ ਭੋਏ ਗਿਰ ਪਰਿਆ, ਪਰਾ ਕਰੇਜੇ ਛੇਕ। ਸ਼ਬਦ ਦਾ ਨਿਆਲਾ ਤੀਰ ਹੈ, ਖਿਆਲ ਕਰਨਾ। ਇਹਨੂੰ ਨਿਆਲਾ ਤੀਰ ਕਿਉਂ ਕਿਹਾ? ਸ਼ਬਦ ਨੂੰ ਨਿਆਲੇ ਅਨੀਆਂ ਕਿਉਂ ਕਿਹਾ? ਪਹਿਲਾ ਹੀ ਸ਼ਬਦ ਗੁਰੂ ਆਸਾ ਕੀ ਬਾਤ ਦੇ ਵਿੱਚ ਨਿਆਲੇ ਅਨੀਆਂ ਰਾਮ ਰਾਜੇ ਦੀ ਗੱਲ ਕੀਤੀ। ਨਿਆਲੇ ਦਾ ਅਰਥ ਹੈ ਕੰਡਿਆਲਾ, ਕੰਡਿਆਂ ਵਾਲਾ, ਜਿਹਦੇ ਇਸ ਤਰ੍ਹਾਂ ਬਣੇ ਹੁੰਦੇ ਨੇ, ਇਸ ਵੇਲੇ ਤੀਰ ਦੇ ਆਸ-ਪਾਸ ਕੰਡੇ ਬਣੇ ਹੋਣ। ਜਦੋਂ ਸਿੱਧੀ ਕੋਈ ਚੀਜ਼ ਵੱਜਦੀ ਹੈ, ਉਹ ਜ਼ਖਮ ਕਰਕੇ ਤੀਰ ਨੂੰ ਬਾਹਰ ਖਿੱਚ ਲਓ, ਕੁਝ ਸਮੇਂ ਬਾਅਦ ਜ਼ਖਮ ਭਰ ਜਾਂਦਾ, ਹੌਲੀ ਹੌਲੀ ਨਿਸ਼ਾਨ ਮਿਟ ਜਾਂਦਾ। ਪਰ ਕੰਡਿਆਲਾ ਤੀਰ ਸਿੱਧਾ ਬਾਹਰ ਨਹੀਂ ਆਉਂਦਾ, ਜਦੋਂ ਬਾਹਰ ਖਿੱਚਣਾ ਆਲਾ ਦੁਆਲਾ ਵੀ ਪਾੜ ਕੇ ਬਾਹਰ ਆਉਂਦਾ ਹੈ। ਉਹ ਪਾੜੇ ਹੋਏ ਦਾ ਨਿਸ਼ਾਨ ਸਾਰੀ ਜ਼ਿੰਦਗੀ ਨਹੀਂ ਜਾਂਦਾ। ਕਹਿੰਦੇ ਨੇ ਸ਼ਬਦ ਦਾ ਤੀਰ ਤਾਂ ਨਿਆਲਾ ਤੀਰ ਹੈ, ਇਹਦੀ ਚੋਭ, ਇਹਦੀ ਸ਼ੋਅ, ਇਹਦਾ ਨਿਸ਼ਾਨ ਹੁਣ ਜ਼ਿੰਦਗੀ ਲਈ ਬਣ ਗਿਆ, ਜ਼ਿੰਦਗੀ ਬਦਲ ਕੇ ਰੱਖ ਦਿੱਤੀ ਹੈ। ਇਹ ਤਾਂ ਐਸਾ ਤੀਰ ਮੇਰੇ ਅੰਦਰ ਵੱਜ ਗਿਆ, ਇਹ ਸ਼ਬਦ ਦੇ ਤੀਰ ਨੇ ਮੇਰੀ ਜ਼ਿੰਦਗੀ ਨੂੰ ਬਦਲ ਕੇ ਰੱਖਿਆ ਹੋਇਆ।
ਕਈ ਵਾਰੀ ਅਸੀਂ ਭੁਲੇਖਾ ਖਾ ਜਾਂਦੇ ਆ ਕਿ ਧਰਮ ਵੱਲ ਵਰਤਨ ਦਾ ਜਾਂ ਧਰਮ ਵੱਲ ਰੁਖ ਕਰਨ ਦਾ ਭਾਵ ਕੇਵਲ ਬਾਹਰਮੁਖੀ ਦਿਖਾਵਾ ਕਰਨਾ ਹੈ, ਵੀ ਸਰੀਰ ਦੀ ਸੁੱਚ ਰੱਖੀ ਜਾਏ, ਸਰੀਰ ਦੀ ਪਵਿੱਤਰਤਾ ਰੱਖੀ ਜਾਏ, ਬਸ ਤੀਰਥਾਂ ਤੇ ਨਹਾ ਲਿਆ ਜਾਵੇ। ਇਹ ਇੱਕ ਬੜਾ ਵੱਡਾ ਭੁਲੇਖਾ ਹੈ। ਕਈ ਵਾਰੀ ਤਾਂ ਇਸ ਭੁਲੇਖੇ ਵਿੱਚ ਅਸੀਂ ਦੂਜੇ ਨਾਲ ਹੱਥ ਛੂਹਣ ਤੋਂ ਵੀ ਡਰਦੇ ਹਾਂ, ਕਿਸੇ ਨੂੰ ਟੱਚ ਵੀ ਨਹੀਂ ਕਰਦੇ, ਕਿਸੇ ਦੇ ਹੱਥ ਦਾ ਖਾਂਦੇ ਨਹੀਂ, ਕਿਸੇ ਦੇ ਹੱਥ ਦਾ ਲੈਂਦੇ ਨਹੀਂ। ਕਈ ਵਾਰੀ ਇਸ ਭੁਲੇਖੇ ਵਿੱਚ ਅਸੀਂ ਆਪਣੀ ਜ਼ਿੰਦਗੀ ਨੂੰ ਬਰਬਾਦ ਕਰ ਰਹੇ ਹਾਂ। ਸੱਚਮੁੱਚ ਤੇ ਹੋਈ ਹੈ। ਇਹੋ ਜਿਹਾ ਜਦੋਂ ਵਾਤਾਵਰਨ ਬਣ ਜਾਂਦਾ ਹੈ, ਅਸਲ ਵਿੱਚ ਬਾਹਰਲੀ ਸੁੱਚਤਾ ਜਾਂ ਬਾਹਰਲੇ ਜੀਵਨ ਦੇ ਕਰਕੇ ਅੰਦਰੋਂ ਇਹ ਮਨੁੱਖ ਹੌਲੀ ਹੌਲੀ ਅਬਿਸਲਾ ਹੁੰਦਾ ਜਾਂਦਾ ਹੈ। ਸਾਰਾ ਧਿਆਨ ਉਹਦਾ ਬਾਹਰ ਤੇ ਹੁੰਦਾ ਹੈ, ਮੈਨੂੰ ਟੱਚ ਨਾ ਕਰ ਲਵਾਂ, ਮੈਨੂੰ ਕਿਤੇ ਫੜਾ ਨਾ ਦੇਵੇ, ਕਿਤੇ ਗੁਰਦੁਆਰੇ ਬੈਠ ਕੇ ਕੜਾਹ ਪ੍ਰਸ਼ਾਦੀ ਨਾ ਲੈਣਾ ਪੈ ਜਾਏ। ਸਾਰੀ ਜ਼ਿੰਦਗੀ ਦੀ ਸੋਚ ਉਹਦੀ ਇਸੇ ਪਾਸੇ ਨਿਕਲਦੀ ਰਹਿੰਦੀ ਹੈ। ਜਿਸ ਹਿਰਦੇ ਵਿੱਚ ਸਭ ਤੋਂ ਵੱਧ ਬਸ ਪਰਮਾਤਮਾ ਦੀ ਯਾਦ ਵਸਣੀ ਸੀ, ਖਲਕਤ ਨਾਲ ਪਿਆਰ ਸਿਖਾਉਣਾ ਸੀ, ਮੁਹੱਬਤ ਸਿਖਾਉਣੀ ਸੀ ਦੁਨੀਆ ਨਾਲ, ਇਸ ਲਾਪਰਵਾਹੀ ਕਰਕੇ ਇਹ ਨਫ਼ਰਤ ਦਾ ਘਰ ਬਣ ਕੇ ਬਹਿ ਜਾਂਦਾ ਹੈ। ਇਹ ਨਫ਼ਰਤ ਦਾ ਘਰ ਬਣ ਜਾਂਦਾ ਹੈ ਕੇਵਲ ਬਾਹਰਮੁਖੀ ਹੋਣ ਕਰਕੇ। ਗੁਰੂ ਪਾਤਸ਼ਾਹ ਜੀ ਨੇ ਜਦੋਂ ਸੁਲਤਾਨਪੁਰ ਸੀ, ਮੋਦੀ ਖਾਨੇ ਦੀ ਕਿਰਤ ਕਰਦੇ, ਦੇਖਿਆ ਕਿ ਬਾਬਾ ਦੇਖੇ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਸਿਆਈ, ਬਾਜੋ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ। ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤ ਚਲਾਈ। ਬਾਬਾ ਕੋ ਚੁੱਪ ਕਰਕੇ ਨਹੀਂ ਬੈਠ ਗਿਆ। ਬਾਬੇ ਨੇ ਕੀਤਾ ਕਿ ਭਾਈ ਗੁਰਦਾਸ ਜੀ ਲਿਖਤੇ, ਚੜਿਆ ਸੁਦਨ ਧਰਤ ਲੁਕਾਈ। ਬਾਬੇ ਨੇ ਦੇਖਿਆ ਦੁਨੀਆ ਖਹਿ ਰਹੀ ਹੈ ਆਪੋ ਵਿੱਚ, ਭਿੜ ਰਹੀ ਹੈ ਆਪੋ ਵਿੱਚ, ਸੜ ਰਹੀ ਹੈ ਨਫ਼ਰਤ ਦੀ ਅੱਗ ਵਿੱਚ। ਬਾਬੇ ਦਾ ਹਿਰਦਾ ਅੰਦਰੋਂ ਦਰਬ ਗਿਆ। ਸਤਿਗੁਰ ਦੀ ਪਿਆਰ ਭਰੀ ਕੋਮਲ ਜ਼ਿੰਦਗੀ ਸਹਾਰ ਨਾ ਸਕੀ। ਉਹ ਤਾਂ ਇਹ ਦੇਖਿਆ ਇਹ ਬਾਸ ਵਾਂਗੂ ਆਪੋ ਵਿੱਚ ਖਹਿ ਕੇ ਮਰ ਰਹੇ ਹਨ। ਬਾਸ ਰਗੜ ਕੇ ਆਪੋ ਵਿੱਚ ਅੱਗ ਪੈਦਾ ਕਰ ਰਿਹਾ। ਖਲਕਤ ਨਾਲ ਲੜ ਰਹੀ ਹੈ। ਧਰਮ ਦੇ ਨਾਂ ਤੇ ਲੜਾਈਆਂ ਹੋ ਰਹੀਆਂ ਨੇ। ਜਿਸ ਧਰਮ ਨੇ ਮੁਹੱਬਤ ਸਿਖਾਉਣੀ ਸੀ ਉਹ ਨਫ਼ਰਤ ਸਿਖਾ ਰਿਹਾ। ਗੁਰੂ ਨਾਨਕ ਪਾਤਸ਼ਾਹ ਦੀ ਅੰਦਰ ਬੈਠੇ ਬਰਦਾਸ਼ਤ ਨਾ ਕਰ ਸਕੇ। ਉਹਨਾਂ ਨੇ ਸੋਚਿਆ ਸੰਸਾਰ ਭਗਲ ਨੂੰ ਪਾਰ ਕਰਨ ਲਈ ਘਰ-ਬਾਰ ਤਿਆਗ ਦਿੱਤਾ। ਬੱਚੇ ਉਹਨਾਂ ਦੇ ਵੀ ਸਨ, ਪਰਿਵਾਰ ਉਹਨਾਂ ਦਾ ਵੀ ਸੀ, ਪਰ ਗੁਰੂ ਨਾਨਕ ਨੇ ਇਹ ਆਖ ਦਿੱਤਾ, ਇਹ ਸਾਰਾ ਸੰਸਾਰ ਮੇਰਾ ਘਰ ਹੈ, ਮੇਰਾ ਛੋਟਾ ਜਿਹਾ ਘਰ ਨਹੀਂ। ਸਾਰਾ ਸੰਸਾਰ ਮੇਰੀ ਔਲਾਦ ਹੈ, ਸਾਰਾ ਸੰਸਾਰ ਮੇਰੇ ਭਾਈ ਹਨ। ਗੁਰੂ ਸੰਸਾਰ ਨੂੰ ਕਲਾਵੇ ਵਿੱਚ ਲੈਂਦਾ ਹੈ। ਗੁਰੂ ਕੇਵਲ ਆਪਣੇ ਪਰਿਵਾਰ ਤੱਕ ਸੀਮਿਤ ਨਹੀਂ ਰਹਿੰਦਾ। ਇੱਕ ਛੋਟੀ ਜਿਹੀ ਘਟਨਾ ਕਹਿ ਕੇ ਆਪਾਂ ਅੱਜ ਦੀ ਸਮਾਪਤੀ ਕਰ ਦਿਆਂਗੇ। ਸਤਿਗੁਰੂ ਜੀ ਉਦਾਸੀਆਂ ਨੂੰ ਨਿਕਲੇ ਨੇ, ਹਰਿਦੁਆਰ ਪਹੁੰਚ ਗਏ। ਗੰਗਾ ਦੇ ਕੰਢੇ ਤੇ ਬੈਠੇ ਹਰ ਭਾਈ ਮਰਦਾਨਾ ਜੀ ਨਾਲ ਨੇ। ਇੱਕ ਵੈਸ਼ਨਵ ਸਾਧੂ ਨੇੜੇ ਹੀ, ਗੰਗਾ ਵਿੱਚ ਰੋਜ਼ ਨਹਾਉਣ ਵਾਲਾ, ਇੱਕ ਵਾਰ ਨਹੀਂ, 2 ਵਾਰੀ ਨਹੀਂ, 4 ਵਾਰੀ ਨਹੀਂ, 5 ਵਾਰੀ ਗੰਗਾ 'ਚ ਇਸ਼ਨਾਨ ਕਰਦਾ। ਵੈਸ਼ਨਵ ਮਤ ਦਾ ਸਿਧਾਂਤ ਹੈ, ਉਹ ਕਿਸੇ ਦੇ ਹੱਥ ਦਾ ਪ੍ਰਸ਼ਾਦਾ ਨਹੀਂ ਖਾਂਦੇ। ਗੋਹਾ ਲਿਆ ਕੇ ਪਹਿਲਾਂ ਚੌਂਕਾ ਤਿਆਰ ਕਰਦੇ ਨੇ। ਜਦੋਂ ਚੌਂਕਾ ਪੋਚਾ ਲਾ ਕੇ ਚੌਂਕਾ ਤਿਆਰ ਹੋ ਗਿਆ, ਫਿਰ ਉਹਦੇ ਆਸ-ਪਾਸ ਲਕੀਰਾਂ ਖਿੱਚ ਦਿੰਦੇ ਨੇ। ਫਿਰ ਲਕੀਰਾਂ ਦੇ ਅੰਦਰ ਕਿਸੇ ਮਨੁੱਖ ਦਾ ਪਰਛਾਵਾਂ ਬਰਦਾਸ਼ਤ ਨਹੀਂ ਕਰਦੇ। ਜੇ ਪਰਛਾਵਾਂ ਪੈ ਜਾਏ ਤਾਂ ਕਹਿੰਦੇ ਨੇ ਚੌਂਕਾ ਪਿੱਟ ਗਿਆ। ਗੁਰੂ ਨਾਨਕ ਪਾਤਸ਼ਾਹ ਜੀ ਨੇ ਦੇਖਿਆ ਅੰਦਰੋਂ ਸੜਿਆ ਹੋਇਆ ਹੈ, ਲੋਕਾਂ ਨੂੰ ਭੇਖ ਕਰਕੇ ਦਿਖਾਉਂਦਾ ਹੈ। ਭਾਈ ਮਰਦਾਨਾ ਜੀ ਕਹਿਣ ਲੱਗੇ, ਭਾਈ ਮਰਦਾਨਾ ਜੀ ਜਾਓ, ਉਹ ਸਾਧੂ ਨੇ ਅੱਗ ਬਾਲੀ ਹੈ, ਉਹਦੇ ਕੋਲ ਅੱਗ ਲਿਆਓ, ਅਸੀਂ ਵੀ ਆਪਣਾ ਭੋਜਨ ਤਿਆਰ ਕਰੀਏ। ਭਾਈ ਮਰਦਾਨਾ ਜੀ ਚੌਂਕੇ ਦੇ ਬਾਹਰ ਖਲੋ ਕੇ ਅੱਗ ਮੰਗੀ। ਪਰਛਾਵਾਂ ਚੌਂਕੇ ਵਿੱਚ ਜਾ ਪਿਆ। ਸਾਧੂ ਕ੍ਰੋਧ ਨਾਲ ਬਿਲਕੁਲ ਲਾਲ ਹੋ ਗਿਆ। ਬਲਦੀ ਹੋਈ ਲੱਕੜ ਲੈ ਕੇ ਭਾਈ ਮਰਦਾਨਾ ਜੀ ਨੂੰ ਮਾਰਨ ਲੱਗਾ। ਅੱਗੇ ਮਰਦਾਨਾ, ਪਿੱਛੇ ਸਾਧੂ ਸਤਿਗੁਰੂ ਦੇ ਪਾਸ ਪਹੁੰਚੇ ਨੇ। ਗੁਰੂ ਜੀ ਨੇ ਹੱਥ ਫੜਿਆ, ਕਹਿਣ ਲੱਗੇ, ਸਾਧੂ ਕੀ ਹੋਇਆ? ਜਿਸ ਨੇ ਮੇਰਾ ਚੌਂਕਾ ਭ੍ਰਿਸ਼ਟ ਕਰ ਦਿੱਤਾ ਹੈ, ਉਹ ਕਿਵੇਂ? ਇਹਦਾ ਪਰਛਾਵਾਂ ਮੇਰੇ ਚੌਂਕੇ 'ਚ ਪੈ ਗਿਆ। ਤੇ ਗੁਰੂ ਸਾਹਿਬ ਜੀ ਨੇ ਸਮਝਾਇਆ, ਉਹ ਸਾਧੂ ਧਰਮ ਨਹੀਂ ਸਿਖਾਉਂਦਾ ਲੋਕਾਂ ਨੂੰ ਨਫ਼ਰਤ ਕਰਨਾ। ਧਰਮ ਨੇ ਜੀਵਨ ਬਦਲਣਾ ਸੀ। ਧਰਮ ਨੇ ਭੈੜੇ ਵਿਚਾਰ ਦੂਰ ਕਰਨੇ ਸਨ, ਅੰਦਰੋਂ ਉੱਚਾ ਤੇ ਸੁੱਚਾ ਕਰਨਾ ਸੀ। ਧਰਮ ਨੇ ਖਲਕਤ ਨਾਲ ਪਿਆਰ ਸਿਖਾਉਣੀ ਸੀ। ਪਰ ਤੂੰ ਤਾਂ ਬਾਹਰਲੀ ਸੋਚ ਵਿੱਚ ਹੀ ਫਸ ਗਿਆ ਹੈ, ਬਾਹਰਲੀ ਸੋਚ ਵਿੱਚ ਹੀ ਜਾ ਰਿਹਾ। ਤੈਨੂੰ ਦੁਨੀਆ ਵਿੱਚ ਡੂਮ, ਕਿਸਾਈ, ਚੂੜੇ ਦਿਸਦੇ ਹਨ, ਜਿਨ੍ਹਾਂ ਨੂੰ ਤੂੰ ਛੂਹਣ ਤੋਂ ਆਪਣੇ ਆਪ ਨੂੰ ਬਚਦਾ ਹੈ। ਦੁਨੀਆ ਤੈਨੂੰ ਨੀਵੀਂ ਨਜ਼ਰ ਆਉਂਦੀ ਹੈ। ਨਤੀਜਾ ਇਹ ਕਿ ਤੇਰੇ ਅੰਦਰ ਹੀ ਡੂਮਣੀ, ਕਸਾਇਨ, ਚੂੜੀ, ਚੰਡਾਲਣੀ ਨੇ ਆ ਕੇ ਡੇਰਾ ਲਾ ਲਿਆ ਹੈ। ਧਰਮ ਮੁਹੱਬਤ ਸਿਖਾਉਂਦਾ ਹੈ, ਪਰ ਤੂੰ ਤਾਂ ਕਾਮ ਕ੍ਰੋਧ ਦੀ ਅੱਗ ਵਿੱਚ ਸੜਿਆ ਬੈਠਾ ਹੈ।
ਤੇ ਗੁਰੂ ਪਾਤਸ਼ਾਹ ਜੀ ਨੇ ਉਸ ਸਾਧੂ ਨੂੰ ਸਮਝਾਇਆ ਹੈ, ਕੁਬੁੱਧ ਡੂਮਣੀ ਕੁਦੈ ਕਸੈਨ ਪਰ ਨਿੰਦਾ ਘਟ ਚੂੜੀ ਮੁੱਠੀ ਕ੍ਰੋਧ ਚੰਡਾਲ ਕਾਰੀ ਕੱਢੇ ਕਿਆ ਥੀਏ ਜਾਂ ਚਾਰੇ ਬੈਠੀਆਂ ਨਾਲ ਸਤ ਸੰਜਮ ਕਰਨੀ ਕਾਰਾਂ ਨਾਵਨ ਨਾਉ ਜਪੇਹੀ ਨਾਨਕ ਅੱਗੇ ਉੱਤਮ ਸੇਈ ਤੇ ਪਾਪਾਂ ਪੰਧ ਨਾ ਦੇ। ਸਾਧੂ ਪਰਮੇਸ਼ਰ ਦੇ ਘਰ 'ਚ ਉਹੀ ਪ੍ਰਵਾਨ ਹੈ ਜਿਹੜਾ ਆਪਣੀ ਜ਼ਿੰਦਗੀ ਵਿੱਚ ਪਾਪਾਂ ਨੂੰ ਥਾਂ ਨਹੀਂ ਦਿੰਦਾ। ਸਿਮਰਨ ਜ਼ਿੰਦਗੀ ਨੂੰ ਬਦਲਦਾ ਹੈ, ਅੰਦਰਲੇ ਵਿਚਾਰਾਂ ਨੂੰ ਬਦਲਦਾ ਹੈ। ਸਿਮਰਨ ਬਾਹਰ ਦਾ ਭੇਖ ਜਾਂ ਪਖੰਡ ਨਹੀਂ ਦਿਖਾਉਂਦਾ। ਇਹ ਸਿਮਰਨ ਦੇ ਨਾਲ ਸਾਡੇ ਅੰਦਰ ਤਬਦੀਲੀ ਆਉਂਦੀ ਹੈ। ਜਿਵੇਂ ਜਿਵੇਂ ਅਸੀਂ ਪਰਮੇਸ਼ਰ ਦੇ ਨਾਮ ਵਿੱਚ ਜੁੜਦੇ ਜਾਵਾਂਗੇ, ਇਹ ਤਬਦੀਲੀਆਂ ਅੱਗੋਂ ਸਾਡੀ ਜ਼ਿੰਦਗੀ ਵਿੱਚ ਆਉਂਦੀਆਂ ਜਾਣਗੀਆਂ। ਜਿਵੇਂ ਜਿਵੇਂ ਅਸੀਂ ਇਹਨਾਂ ਨੂੰ ਮਹਿਸੂਸ ਕਰਕੇ ਆਪਣੇ ਜੀਵਨ 'ਚ ਦੇਖਾਂਗੇ, ਤਿਵੇਂ ਤਿਵੇਂ ਸਾਡਾ ਆਤਮਿਕ ਜੀਵਨ ਹੋਰ ਉੱਚਾ ਹੁੰਦਾ ਚਲਾ ਜਾਏਗਾ। ਬਾਕੀ ਵਿਚਾਰਾ ਫਿਰ ਅਗਲੀ ਕਲਾਸ ਵਿੱਚ ਕਰਾਂਗੇ ਜੀ। ਭੁੱਲ ਚੁੱਕ ਦੀ ਖਿਮਾ, ਪਿਆਰ ਸਤਿ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।